ਵਿਜ਼ਨ ਪੰਜਾਬ ਟੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਇਸ ਮੌਕੇ ਉਦੈਪੁਰ ਦੀ ਘਟਨਾ ਦੀ ਖੂਬ ਚਰਚਾ ਤੇ ਉਹਦਾ ਅਸਰ ਕਹਿੰਦੇ ਅਮਰਨਾਥ ਤੱਕ ਜਾ ਸਕਦਾ, ਅਮਰਨਾਥ ਦੀ ਯਾਤਰਾ ਤੱਕ ਪੈ ਸਕਦਾ, ਉੱਥੇ ਵੀ ਇਸ ਗੱਲ ਦੀ ਖੂਬ ਚਰਚਾ ਤੇ ਇੱਧਰ ਦੇਸ਼ ਭਰ ਦੇ ਵਿੱਚ ਤਣਾਅ ਵੀ ਆ ਉਸ ਨੂੰ ਲੈ ਕੇ। ਤੇ ਦੂਸਰੇ ਪਾਸੇ ਮਹਾਰਾਸ਼ਟਰ ਦੀ ਘਟਨਾਕ੍ਰਮ ਦੀ ਰਾਜਨੀਤਿਕ ਘਟਨਾਕ੍ਰਮ ਦੀ ਖੂਬ ਚਰਚਾ ਕਿ ਕਿਵੇਂ ਸਰਕਾਰ ਤੋੜੀ ਜਾਂਦੀ ਹੈ, ਕਿਵੇਂ ਐਮਐਲਏ ਖਰੀਦੇ ਜਾਂਦੇ ਨੇ, ਕਿਵੇਂ ਰਿਜ਼ੋਰਟ 'ਚ ਰੱਖੇ ਜਾਂਦੇ ਨੇ, ਇੱਕ ਇੱਕ ਦਿਨ ਇੱਕ ਐਮਐਲਏ ਪਿੱਛੇ ਲੱਖਾਂ ਰੁਪਇਆ ਬਹਾਇਆ ਜਾਂਦਾ, ਕੌਣ ਕਰ ਰਿਹਾ ਸਾਰੇ ਖਰਚੇ, ਕਿੱਥੋਂ ਆ ਰਹੀ ਹੈ ਪੈਸਾ, ਇਹ ਸਾਰੀ ਚਰਚਾ ਵੀ ਹੈ। ਤੇ ਸਰਕਾਰ ਡਿੱਗਣ ਦੀ ਤਿਆਰੀ ਹੈ, ਸੋ ਮੁੜ ਕੇ ਫਡਨਵੀਸ ਮੁੱਖ ਮੰਤਰੀ ਬਣ ਸਕਦੇ ਨੇ। ਸੋ ਕਿਸੇ ਵੀ ਸਮੇਂ ਖਬਰ ਆ ਸਕਦੀ, ਜਦੋਂ ਤੱਕ ਸਾਡਾ ਪ੍ਰੋਗਰਾਮ ਤੁਹਾਡੇ ਤੱਕ ਚੱਲੇ ਤਦ ਤੱਕ ਹੋ ਸਕਦਾ ਉਹ ਸਰਕਾਰ ਬਣਨ ਦਾ ਦਾਅਵਾ ਵੀ ਪੇਸ਼ ਕਰ ਚੁੱਕੇ ਹੋਣ ਤੇ ਉਸ ਤੋਂ ਬਾਅਦ ਫਿਰ ਸ਼ਿੰਦੇ ਹੋਰੀ ਹੁਣ ਉਪ ਮੁੱਖ ਮੰਤਰੀ ਹੋਣਗੇ। ਦੇਰ ਰਾਤ ਜਿਵੇਂ ਉद्धਵ ਠਾਕਰੇ ਨੇ ਅਸਤੀਫਾ ਦਿੱਤਾ, ਇਸ ਲਈ ਉਸ ਘਟਨਾਕ੍ਰਮ ਨੂੰ ਸਿਰਫ ਮਹਾਰਾਸ਼ਟਰ ਤੱਕ ਰੋਕ ਕੇ ਦੇਖਣ ਦੀ ਲੋੜ ਨਹੀਂ। ਭਾਰਤੀ ਜਨਤਾ ਪਾਰਟੀ ਬਿਨਾਂ ਸੱਤਾ 'ਚ ਆਇਆਂ ਵੀ ਸੱਤਾ 'ਚ ਕਿਵੇਂ ਆਉਣਾ ਚਾਹੁੰਦੀ ਆ, ਹਰ ਸੂਬੇ ਦੇ ਉੱਤੇ ਕਿਵੇਂ ਹਥਿਆਉਣਾ ਚਾਹੁੰਦੀ ਹੈ ਸੱਤਾ, ਉਹਦਾ ਵੀ ਇੱਕ ਖੇਲ ਦਾ ਖੁੱਲ੍ਹਾ ਦ੍ਰਿਸ਼ ਸਾਹਮਣੇ ਨਜ਼ਰ ਆਉਂਦਾ। ਸੋ ਇਸ ਨੂੰ ਲੈ ਕੇ ਵੀ ਕੀ ਇਹਦਾ ਅਸਰ ਇੱਧਰ ਪੰਜਾਬ ਵੱਲ ਨੂੰ ਵੀ ਵੱਧ ਸਕਦਾ, ਇਹਦੇ ਬਾਰੇ ਵੀ ਚਰਚਾ ਕਰਾਂਗੇ। ਪਰ ਚਰਚਾ 'ਚ ਸਭ ਤੋਂ ਵੱਧ ਹੈ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ। ਪਲੇਠਾ ਸੈਸ਼ਨ ਸੀ ਆਮ ਆਦਮੀ ਪਾਰਟੀ ਦਾ। ਉਸ ਸੈਸ਼ਨ ਦੇ ਵਿੱਚ ਕਿੰਨੀਆਂ ਹੀ ਤਕਰਾਰਾਂ ਵੀ ਹੋਈਆਂ, ਕਿੰਨੀਆਂ ਹੀ ਤਕਰੀਰਾਂ ਵੀ ਹੋਈਆਂ, ਬਜਟ ਵੀ ਪੇਸ਼ ਹੋਇਆ, ਬਜਟ ਨੂੰ ਲੈ ਕੇ ਬਹਿਸ ਵੀ ਹੋਈ, ਮਤੇ ਵੀ ਆਏ, ਮਤੇ ਪਾਸ ਵੀ ਹੋਏ। ਪਰ ਕੈਪਟਨ ਸਰਕਾਰ ਦੇ ਸਮੇਂ, ਅਕਾਲੀ ਰਾਜ ਦੇ ਸਮੇਂ, ਚੰਨੀ ਰਾਜ ਦੇ ਸਮੇਂ ਦੇ ਕਿੰਨੀਆਂ ਪਰਤਾਂ ਵੀ ਖੁੱਲ੍ਹਣ ਲੱਗੀਆਂ ਤੇ ਕਿੰਨਿਆਂ 'ਚ ਤੂੰ ਮੈਂ 'ਚ ਉਹਨਾਂ ਦੀਆਂ ਪਰਤਾਂ ਵੀ ਖੁੱਲ੍ਹੀਆਂ ਤੇ ਇੱਧਰ ਵੀ ਕਈ ਪਰਦਿਆਂ ਦੇ ਉਹਲਿਓਂ ਹਵਾ ਦੇ ਜਦੋਂ ਬੁੱਲੇ ਉੜੇ ਤਾਂ ਕਈਆਂ ਦੇ ਨਾਮ ਵੀ ਸਾਹਮਣੇ ਆਏ। ਸੋ ਇਹ ਸਾਰੇ ਪਹਿਲੂਆਂ 'ਤੇ ਚਰਚਾ ਕਰਾਂਗੇ। ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਸੁਸ਼ੀਲ ਦਸਾਂਝ ਸਾਡੇ ਨਾਲ ਨੇ। ਭਾਜੀ ਸਵਾਗਤ ਕਰਦੇ ਹਾਂ। ਸ਼ੁਕਰੀਆ ਦੀਪਕ ਜੀ। ਭਾਜੀ, ਸਮੁੱਚੇ ਬਜਟ ਸੈਸ਼ਨ ਨੂੰ ਜੇ ਸਮੇਟਣਾ ਹੋਵੇ, ਇਸ ਨੂੰ ਕਿਵੇਂ ਦੇਖਦੇ ਹੋ? ਸਰਕਾਰ ਵੱਲੋਂ ਕੁਝ ਆਸ ਦੀ ਕਿਰਨ ਵੀ ਨਜ਼ਰ ਆਈ ਤੇ ਕੁਝ ਖੇਲਾ ਵੀ ਹੁੰਦਾ ਨਜ਼ਰ ਆਇਆ। ਸੋ ਸਾਰੇ ਬਜਟ ਨੂੰ ਸਮੇਟਦੇ ਹੋ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਦੀਪਕ ਜੀ, ਮੈਨੂੰ ਇਹ ਲੱਗਦਾ ਕਿ ਕਾਫੀ ਦੇਰ ਬਾਅਦ ਅਸੀਂ ਦੇਖਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਸੈਸ਼ਨ ਜਿਹੜਾ ਉਹ ਵਧੀਆ ਢੰਗ ਨਾਲ ਚੱਲਿਆ। ਮਤਲਬ ਸਾਰਿਆਂ ਦੀ ਗੱਲ ਜਿਹੜੀ ਆ ਸੁਣੀ ਗਈ ਹੈ। ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਵਧੀਆ ਅਸੈਂਬਲੀ ਚਲਾਈ ਹੈ। ਨੋ ਡਾਊਟ ਬਹੁਤ ਦੇਰ ਬਾਅਦ ਇੱਦਾਂ ਸਾਨੂੰ ਲੱਗਾ ਕਿ ਹਾਂ ਵੀ ਗੱਲ ਸੁਣੀ ਜਾ ਰਹੀ ਹੈ ਤੇ ਜਿਹੜੀ ਵਿਰੋਧੀ ਧਿਰ ਦਾ ਜਿੰਨਾ ਸਮਾਂ ਸੀ ਉਹਨਾਂ ਨੂੰ ਵੀ ਸਮਾਂ ਦਿੱਤਾ ਗਿਆ। ਤੇ ਠੀਕ ਹੈ, ਮਾੜੀ ਮੋਟੀ ਤਾਂ ਬੋਲ ਬੁਲਾਰਾ ਹੁੰਦਾ ਹੀ ਹੈ, ਤੁਸੀਂ ਥੋੜ੍ਹੀ ਬਹੁਤ ਬਹਿਸ ਹੁੰਦੀ ਹੈ। ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਹੋਰਾਂ ਦੀ ਤਕਰਾਰ ਹੋਈ ਤੇ ਵਿਰੋਧੀ ਧਿਰ ਦੇ ਆਗੂ ਦੇ ਤੌਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਵੀ ਬੋਲੇ, ਵਧੀਆ ਬੋਲੇ, ਰਾਜਾ ਵੜਿੰਗ ਵੀ ਬੋਲੇ ਆ ਤੇ ਉੱਧਰੋਂ ਸੱਤਾ ਧਿਰ ਵੱਲੋਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਗੱਲਾਂ ਰੱਖੀਆਂ ਗਈਆਂ। ਖਾਸ ਤੌਰ 'ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਹੋਰਾਂ ਨੇ ਜਿਹੜੀ ਗੱਲ ਰੱਖੀ ਹੈ ਉਹ ਬੜੀ ਇੰਪੋਰਟੈਂਟ ਹੈ। ਉਹਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਹੈ ਤੇ ਜਾਂ ਗੈਂਗ ਨੇ ਉਹਨਾਂ 'ਤੇ ਫਿਰ ਤੋਂ ਇੱਕ ਚਰਚਾ ਸ਼ੁਰੂ ਹੋ ਗਈ ਹੈ। ਉਹਦੇ 'ਚ ਭਾਵੇਂ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਲਾਈ ਗਈ ਹੈ, ਪਰ ਕੁਝ ਤੱਥ ਹਰਜੋਤ ਸਿੰਘ ਬੈਂਸ ਹੋਰਾਂ ਨੇ ਪੇਸ਼ ਕੀਤੇ ਜਿਹੜੇ ਮੁਖਤਾਰ ਅੰਸਾਰੀ ਦੇ ਹਵਾਲੇ ਦੇ ਨਾਲ ਵੀ ਕਿਵੇਂ ਪਿਛਲੀ ਸਰਕਾਰ ਨੇ 2.5 ਸਾਲ ਉਹਨੂੰ ਪ੍ਰੋਟੈਕਸ਼ਨ ਦਿੱਤੀ। ਉਹਦੇ 'ਚ ਉਹਨਾਂ ਨੇ ਸਰਕਾਰੀ ਮਹਿਮਾਨ ਦੇ ਤੌਰ 'ਤੇ ਰੱਖਿਆ ਗਿਆ ਤੇ ਦੱਸਿਆ ਉਹਨਾਂ ਨੇ ਵੀ ਕਿਵੇਂ ਉਹਦੇ 'ਤੇ 10 ਪਰਚੇ ਦਰਜ ਹੈ ਯੂਪੀ ਦੇ ਵਿੱਚ ਤੇ ਉੱਥੋਂ ਪੰਜਾਬ ਦੀ ਸਰਕਾਰ ਜਾਂ ਪੰਜਾਬ ਪੁਲਿਸ ਪਿਛਲੀ ਸਰਕਾਰ ਦੇ ਵੇਲੇ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਉਂਦੀ ਹੈ ਉਹਨੂੰ ਤੇ ਫਿਰ ਇੱਥੇ ਮਤਲਬ ਇੱਕ ਉਹਨਾਂ ਨੇ ਇਹ ਦੋਸ਼ ਲਾਇਆ ਕਿ ਫਰਜ਼ੀ ਕਿਸਮ ਦੀ FIR ਦਰਜ ਕੀਤੀ ਜਾਂਦੀ ਹੈ ਤੇ ਸਿਰਫ ਉਹਨੂੰ ਇੱਕ ਸੇਫ ਮਾਹੌਲ ਦੇਣ ਲਈ। ਉਹਨਾਂ ਨੇ ਪਿਛਲੇ ਹੋਮ ਮਿਨਿਸਟਰ ਜਿਹੜੇ ਆ ਸੁਖਜਿੰਦਰ ਰੰਧਾਵਾ 'ਤੇ ਵੀ ਇਲਜ਼ਾਮ ਲਾਇਆ ਕਿ ਜਦੋਂ ਯੂਪੀ ਜਾਂਦੇ ਆ ਤੇ ਉੱਥੇ ਜਾ ਕੇ ਮੁਖਤਾਰ ਅੰਸਾਰੀ ਦੇ ਪਰਿਵਾਰ ਨੂੰ ਵੀ ਮਿਲਦੇ ਆ। ਇੱਦਾਂ ਦੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ। 26 ਵਾਰ ਕਹਿੰਦੇ ਵੀ ਪ੍ਰੋਡਕਸ਼ਨ ਫਰੰਟ 'ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਯੂਪੀ ਦੀ ਸਰਕਾਰ ਨੇ ਮੁਖਤਾਰ ਅੰਸਾਰੀ ਨੂੰ, ਪਰ ਪੰਜਾਬ ਸਰਕਾਰ ਨੇ ਉਚੇਚਾ ਇੱਕ ਵਕੀਲ ਕੀਤਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇੱਕ ਪੇਸ਼ੀ ਦਾ 11 ਲੱਖ ਰੁਪਏ ਲੈਂਦਾ ਸੀ ਤੇ ਉਹਨਾਂ ਨੇ ਦੱਸਿਆ ਕਿ ਸਰਕਾਰ ਕਾਂਗਰਸ ਦੀ ਸੀ ਤੇ ਹੁਣ ਸਾਡੀ ਸਰਕਾਰ ਹੈ ਤੇ ਬਿੱਲ 55 ਲੱਖ ਦਾ ਸਾਨੂੰ ਆ ਗਿਆ, ਅਸੀਂ ਕੱਲ੍ਹ ਹੀ ਦੇਈਏ। ਇਹ ਜਿਹੜੀ ਸਰਕਾਰ ਪਿਛਲੀ ਆ ਉਹਨੇ ਜੇ ਸਾਰਾ ਕੁਝ ਕੀਤਾ ਉਹਦੇ ਲਈ ਜ਼ਿੰਮੇਵਾਰ ਉਹ ਆ ਤੇ ਪੈਸੇ ਅਸੀਂ ਭਰੀਏ। ਤੇ ਫਿਰ ਇਹਦੇ 'ਤੇ ਪ੍ਰਤਾਪ ਸਿੰਘ ਬਾਜਵਾ ਜਦੋਂ ਬੋਲੇ ਤੇ ਉਹ ਕਹਿ ਰਹੇ ਸੀ ਕਿ ਤੁਸੀਂ ਮੁਖਤਾਰ ਅੰਸਾਰੀ ਦੀ ਗੱਲ ਕਰਦੇ ਹੋ ਤੇ ਲਾਰੈਂਸ ਬਿਸ਼ਨੋਈ ਦੀ ਵੀ ਗੱਲ ਕਰ ਦਿੰਦੇ ਆ। ਤਿਹਾੜ ਜੇਲ੍ਹ ਦੇ ਵਿੱਚ ਉਹ ਉੱਥੇ ਜਿਹੜੀਆਂ ਉਹਨੂੰ VIP ਟਰੀਟਮੈਂਟਸ ਮਿਲਦੀਆਂ ਰਹੀਆਂ ਤੇ ਦਿੱਲੀ ਦੀ ਸਰਕਾਰ ਦੇ ਅੰਡਰ ਹੀ ਆ ਤਿਹਾੜ ਜੇਲ੍ਹ ਤੇ ਉਹਦੇ ਲਈ ਇਹਦਾ ਮਤਲਬ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੀ ਜ਼ਿੰਮੇਵਾਰ ਹੈ। ਸੋ ਇਹ ਜਿਹੜੀ ਬਹਿਸ ਚੱਲੀ ਹੈ ਉਹਦੇ 'ਚ ਉਹਨਾਂ ਨੇ ਕਹਿ ਦਿੱਤਾ ਹਰਜੋਤ ਬੈਂਸ ਨੇ, ਭਾਈ ਜਾਂਚ ਚੱਲ ਰਹੀ ਹੈ ਸਾਰੇ ਕੁਛ ਦੀ, ਜੋ ਕੁਝ ਸੱਚ ਸਾਹਮਣੇ ਆਊਗਾ ਤੇ ਲਾਜ਼ਮੀ ਅੰਸਾਰੀ ਦੀ ਘਰ ਵਾਲੀ ਨਾਲ ਆ ਕੇ ਰਹਿੰਦੀ ਰਹੀ। ਬਿਲਕੁਲ, ਉਹਨੇ ਕਿਹਾ ਵੀ ਪੰਜਾਬ ਦੀ ਵਿਧਾਨ ਸਭਾ 'ਚ ਕਿਹਾ ਤੇ ਇਹਨੂੰ ਲੈ ਕੇ ਚੈਲੰਜ ਵੀ ਹੈ ਕਿ ਸਾਬਤ ਕਰੋ ਤੇ ਉਹਨਾਂ ਨੇ ਕਿਹਾ ਸਾਫ਼ ਤੌਰ 'ਤੇ ਵੀ 25 ਹਵਾਲਾਤੀ ਜਾਂ ਕੈਦੀ ਰੱਖਣ ਵਾਲੀ ਬੈਰਕ ਜਿਹੜੀ ਆ ਪੂਰੀ ਦੀ ਪੂਰੀ ਖਾਲੀ ਕਰ ਦਿੱਤੀ ਗਈ, ਨਾਲ ਮੁਖਤਾਰ ਅੰਸਾਰੀ ਦੀ ਪਤਨੀ ਨੂੰ ਉੱਥੇ ਠਹਿਰਾਇਆ ਗਿਆ। ਜੇ ਇਸ ਗੱਲਾਂ ਸੱਚੀਆਂ ਨਿਕਲ ਆਈਆਂ ਤੇ ਜੇ ਜਾਂਚ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਇੱਕ ਮੁਸ਼ਕਲ ਦੀ ਸਥਿਤੀ ਬਣੇਗੀ ਪਿਛਲੇ ਜਿਹੜੇ ਹੋਮ ਮਿਨਿਸਟਰ ਹੈ ਉਹਨਾਂ ਲਈ ਵੀ ਤੇ ਸਰਕਾਰ ਮੁੱਖ ਮੰਤਰੀ ਲਈ
ਦੂਜੀ ਗੱਲ ਇਹ ਹੈ ਵੀ ਪਰ ਇਹ ਸਾਰੇ ਕੁਝ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਬਜਟ ਕਿਤੇ ਨਾ ਕਿਤੇ ਪਿੱਛੇ ਰਹਿ ਗਿਆ। ਮਤਲਬ ਜਿਹੜੀ ਉੱਦਾਂ ਠੀਕ ਸੈਸ਼ਨ ਚੱਲਿਆ ਸਾਰਾ ਕੁਝ, ਪਰ ਜਿਹੜੇ ਬਜਟ ਤੇ ਡਾਇਲੋਗ ਹੋਣਾ ਚਾਹੀਦਾ ਸੀ ਉਹ ਇਹਦੇ ਕਰਕੇ ਜਿਹੜਾ ਆ ਉਹ ਕਿਤੇ ਕਿਤੇ ਮਿਸ ਹੋ ਗਿਆ। ਬਜਟ ਦੀਆਂ ਜਿਹੜੀਆਂ ਤਜਵੀਜ਼ਾਂ ਨੇ ਜੀ, ਜਿੰਨੇ ਉਹਦੇ ਵਿੱਚ ਰੱਖਿਆ ਗਿਆ ਕਿ ਇਹਦੇ ਲਈ ਆਹ ਪੈਸਾ ਇੰਨਾ ਲਾਵਾਂਗੇ, ਖੇਤੀ ਲਈ ਇੰਨਾ, ਸਿੱਖਿਆ ਲਈ ਵਧਾਤਾ, ਸਿਹਤ ਲਈ ਵਧਾਤਾ, ਇਹਨਾਂ ਕੰਮਾਂ ਲਈ ਇਸ ਵਾਰ ਅਸੀਂ ਵੱਡਾ ਬਜਟ ਰੱਖਿਆ, ਉਹ ਬਜਟ ਲਈ ਆਉਣਾ ਕਿੱਥੋਂ ਆ ਪੈਸਾ? ਇਹ ਸਵਾਲ, ਇਹਦੇ ਉੱਤੇ ਕੋਈ ਗੰਭੀਰ ਚਰਚਾ ਲੱਗੀ? ਇਹਦੇ ਤੇ ਦੇਖੋ ਰਸਤਾ ਤਾਂ ਨਹੀਂ ਦੱਸਿਆ ਕੋਈ ਵੀ। ਭਗਵੰਤ ਮਾਨ ਹੋਰਾਂ ਦੀ ਸਪੀਚ ਵੀ ਜੇ ਤੁਸੀਂ ਸੁਣੋ, ਉਹਦੇ ਤੇ ਸਵਾਲ ਉਹਨਾਂ ਨੇ ਆਪ ਹੀ ਕਿਹਾ ਵੀ ਸਾਨੂੰ ਪੁੱਛੀ ਜਾਂਦੇ ਜੀ ਪੈਸਾ ਕਿੱਥੋਂ ਆਊਗਾ, ਪੈਸਾ ਕਿੱਥੋਂ ਆਊਗਾ। ਕਹਿੰਦਾ ਜਿਹੜੇ ਪੁੱਛਦੇ ਇਹਨਾਂ ਕੋਲ ਹੀ ਆਉਣਾ। ਉਹਨਾਂ ਦਾ ਕਹਿਣ ਦਾ ਮਤਲਬ ਸੀ ਵੀ ਜਿਹੜੇ ਤੁਹਾਡੇ ਪੁਰਾਣੇ ਜਿਹੜੀ ਸਰਕਾਰ 'ਚ ਲੋਕ ਸੀਗੇ ਜਿਹੜੇ ਉਹਨਾਂ ਨੇ ਜਿਹੜੇ ਘਪਲੇ ਕੀਤੇ ਆ ਤੇ ਉਹਨਾਂ ਦੇ ਉਹ ਪੈਸਾ ਜਿਹੜਾ ਹੈ, ਪਰ ਮੈਨੂੰ ਲੱਗਦਾ ਕਿ ਉਹ ਤਾਂ ਬਿਲਕੁਲ ਇੱਕ ਪ੍ਰੋਸੈਸ ਹੈ। ਜੇ ਕਿਸੇ ਤੇ ਕਰਪਸ਼ਨ ਦਾ ਕੇਸ ਹੈ, ਜੇ ਮੰਨ ਲਓ ਸਾਧੂ ਸਿੰਘ ਧਰਮਸੋਤ ਇਸ ਵੇਲੇ ਗ੍ਰਿਫਤਾਰ ਹੈ, ਸੰਗਤ ਸਿੰਘ ਗਿੱਲ ਦੀਆਂ ਜਿਹੜੇ ਆ ਉਹ ਭਗੌੜੇ ਹੋਏ ਵੇ ਆ ਨਾ ਜੀ, ਜਾਂ ਜੇ ਕੁਝ ਲੋਕ ਜਿਹੜੇ 45-46 ਦੇ ਕਰੀਬ ਦੱਸੇ ਜਾ ਰਹੇ ਵੀ ਅਸੀਂ ਜਿਹੜੇ ਕਰਪਸ਼ਨ ਦੇ ਦੋਸ਼ਾਂ ਦੇ ਤਹਿਤ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ। ਇਹ ਤਾਂ ਲੰਮਾ ਪ੍ਰੋਸੈਸ ਹੈ। ਜੇ ਨਿਕਲਦਾ ਵੀ ਆ ਕੁਝ ਪੈਸਾ ਤੇ ਉਹ ਥੋੜ੍ਹਾ ਕੁ ਸਵੇਰ ਨੂੰ ਨਿਕਲ ਆਉਣਾ, ਉਹ ਤਾਂ ਇੱਕ ਕਾਨੂੰਨੀ ਇੱਕ ਪ੍ਰਕਿਰਿਆ ਚੱਲਦੀ ਹੁੰਦੀ ਹੈ। ਖਰਾ 10 ਸਾਲ ਕੇਸ ਚੱਲਣੇ, 15 ਸਾਲ ਕੇਸ ਚੱਲਣੇ, ਜਿਵੇਂ 15-15 ਲੱਖ ਖਾਤਿਆਂ 'ਚ। ਹਾਂ ਬਿਲਕੁਲ, ਇਹ ਜਿਹੜਾ ਇਹ ਮੈਨੂੰ ਲੱਗਦਾ ਇਹ ਲੌਜਿਕ ਨਹੀਂ ਠੀਕ। ਚਾਹੀਦਾ ਇਹ ਸੀ ਕਿ ਸਰਕਾਰ ਇਹ ਦੱਸਦੀ ਵੀ ਤੁਹਾਡੇ ਕੋਲ ਜਨਰੇਟ ਜਿਹੜਾ ਤੁਸੀਂ ਰੈਵਨਿਊ ਜਨਰੇਟ ਕਰਨਾ ਉਹ ਕਿੱਥੋਂ ਕਰਨਾ, ਉਹਦੇ ਲਈ ਕੋਈ ਰਾਹ ਰਸਤਾ ਨਹੀਂ ਦੱਸਿਆ ਗਿਆ। ਦੂਜੀ ਵੱਡੀ ਗੱਲ ਜਿਹੜੀ ਬਜਟ ਤੇ ਜਿਹੜੀ ਡਾਇਲੋਗ ਹੋਣਾ ਚਾਹੀਦਾ ਸੀ, ਉਹ ਜ਼ਰੂਰ ਹੋਣਾ ਚਾਹੀਦਾ ਸੀ ਕਿ ਬਜਟ ਜਿਹੜਾ 1,55,800 ਕਰੋੜ ਦਾ ਬਜਟ ਹੈ, ਕੀ ਇਹ ਬਜਟ ਜਿੰਨਾ ਪੈਸਾ ਰੱਖਿਆ ਗਿਆ ਸਾਰਾ ਪੈਸਾ ਖਰਚਿਆ ਜਾਏਗਾ? ਜੇ ਖਰਚਿਆ ਜਾਏਗਾ ਤਾਂ ਕਿੱਥੋਂ ਆਏਗਾ, ਜਿਹੜੀ ਆਪਾਂ ਗੱਲ ਕਹਿੰਦੇ ਆ। ਕਿਉਂਕਿ ਪਿਛਲੀ ਸਰਕਾਰ ਨੇ 1,68,000 ਕਰੋੜ ਦਾ ਜਿਹੜਾ ਬਜਟ ਰੱਖਿਆ ਸੀ ਪਿਛਲੇ ਲਾਸਟ ਈਅਰ, ਜਿਹੜਾ ਉਹਨਾਂ ਨੇ ਰੱਖਿਆ ਸੀ ਜਾਂਦੇ ਤੇ ਉਹ ਪਰ ਉਹ ਖਰਚ ਸਿਰਫ 1,51,000 ਹੀ ਕਰ ਚੁੱਕੇ ਸੀ। ਹੁਣ ਵੀ ਜਿਹੜਾ ਬਜਟ ਅਸੀਂ ਪੇਸ਼ ਕੀਤਾ, ਪੰਜਾਬ ਸਰਕਾਰ ਨੇ ਪੇਸ਼ ਕੀਤਾ ਵਿਧਾਨ ਸਭਾ ਦੇ ਵਿੱਚ, ਉਹ 12,000 ਕਰੋੜ ਰੁਪਏ ਦੇ ਘਾਟੇ ਦਾ ਬਜਟ ਹੈ। ਇਹ ਘਾਟਾ ਜਿਹੜਾ ਹੈ ਇਹ ਕਿੱਥੋਂ ਪੂਰਾ ਕਰਨਾ? ਪਹਿਲਾਂ ਤਾਂ ਬਜਟ 'ਚ ਜਿਹੜਾ ਪੈਸਾ ਰੱਖਿਆ ਉਹ ਕਿੱਥੋਂ ਲਿਆਉਣਾ? ਫਿਰ ਜਿਹੜਾ ਘਾਟਾ ਆ, ਜੇ ਪਹਿਲੇ ਘਾਟੇ ਦਾ ਪਿਛਲੇ 30-40 ਸਾਲ ਤੋਂ ਅਸੀਂ ਦੇਖ ਰਹੇ ਹਾਂ ਵੀ ਹਰ ਵਾਰੀ ਬਜਟ ਜਿਹੜਾ ਨਾ, ਚਾਹੇ ਕਿਸੇ ਸਟੇਟ ਦਾ ਹੋਵੇ ਚਾਹੇ ਨੈਸ਼ਨਲ ਬਜਟ ਹੋਵੇ ਨਾ, ਉਹ ਘਾਟੇ ਦੇ ਬਜਟ ਪੇਸ਼ ਹੁੰਦੇ ਆ। ਹਰ ਵਾਰੀ ਘਾਟੇ 'ਚ ਜਾਈ ਜਾਂਦੇ ਆ ਤੇ ਹਰ ਵਾਰੀ ਕਰਜ਼ਾ ਅਸੀਂ ਵਧਾਈ ਜਾਂਦੇ ਆ। ਦੂਜੀ ਗੱਲ, ਸਰਕਾਰ ਨੇ ਆਪ ਹੀ ਕਹਿ ਦਿੱਤਾ, ਪਹਿਲਾਂ ਤਾਂ ਕਹਿੰਦੇ ਸੀ 31,000 ਕਰੋੜ ਦਾ ਸਾਲ 'ਚ ਕਰਜ਼ਾ ਲਵਾਂਗੇ, ਹੁਣ ਕਹਿ ਦਿੱਤਾ ਵੀ 35,000 ਕਰੋੜ ਤੋਂ ਜ਼ਿਆਦਾ ਕਰਜ਼ਾ ਨਹੀਂ ਲੈਂਦੇ ਸਾਲ 'ਚ। ਹੁਣ ਜੇ 35,000 ਕਰੋੜ ਦਾ ਕਰਜ਼ਾ ਇੱਕ ਸਾਲ 'ਚੋਂ ਲੈਣਗੇ, ਅਗਲੇ ਸਾਲ ਹੋ ਸਕਦਾ 40,000 ਕਰੋੜ ਦਾ ਲੈਣ। ਜੇ 5 ਸਾਲ ਦਾ ਆਪਾਂ 40,000 ਕਰੋੜ ਹੀ ਰੱਖ ਲਈਏ, ਔਸਤਨ ਹਰ ਸਾਲ ਵਧੇਗਾ ਕਰਜ਼ਾ ਲੈਣਾ ਉਹਨਾਂ ਦਾ, ਤਾਂ ਫਿਰ ਤਾਂ 2 ਲੱਖ ਕਰੋੜ ਦਾ ਕਰਜ਼ਾ ਤਾਂ ਇਹਨਾਂ ਨੇ ਲੈ ਲਿਆ 5 ਸਾਲਾਂ ਦੇ ਵਿੱਚ। ਤੇ ਜਿਹੜਾ ਪਹਿਲਾਂ 3,10,000 ਕਰੋੜ ਦਾ ਕਰਜ਼ਾ ਆ, ਉਹਦੇ ਤੇ ਵੀ ਵਿਆਜ ਪੈਣਾ, ਇਹ ਤੇ ਵੀ ਵਿਆਜ ਪੈਣਾ, ਤੇ ਜਦੋਂ ਇਹ ਸਰਕਾਰ ਜਾਏਗੀ ਤਾਂ 7 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਜਾਏਗਾ। ਮਤਲਬ ਲੋੜ ਤਾਂ ਇਸ ਗੱਲ ਦੀ ਸੀ ਵੀ ਰਾਹ ਰਸਤੇ ਲੱਭੇ ਜਾਣ, ਰੈਵਨਿਊ ਦਾ ਪਤਾ ਕੀਤਾ ਜਾਏ। ਤੁਹਾਡੇ ਕੋਲ ਜਿਹੜੇ ਕੁਦਰਤੀ ਸਰੋਤ ਜਿਹੜੇ ਆ, ਉਹਦੇ ਤੋਂ ਤੁਸੀਂ ਕਿਸ ਤਰੀਕੇ ਨਾਲ ਰੈਵਨਿਊ ਜਨਰੇਟ ਕਰ ਸਕਦੇ ਆ, ਜਾਂ ਜਿਹੜੇ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਲੀਕੇਜ ਹੈ, ਕਰਪਸ਼ਨ ਹੈ, ਜਿਹੜੀ ਕਰਪਸ਼ਨ ਦਾ ਦਾਅਵਾ ਤਾਂ ਬੜਾ ਵੱਡਾ ਹੈ ਵੀ ਕਰਪਸ਼ਨ ਅਸੀਂ ਜਿਹੜੀ ਦੂਰ ਕਰ ਦਿੱਤੀ ਹੈ, 10 ਦਿਨਾਂ 'ਚ ਦੂਰ ਕਰਤੀ ਹੈ, ਕਿਤੇ ਜਾ ਕੇ ਕਹਿਤਾ 16 ਦਿਨਾਂ 'ਚ ਕਰਤੀ ਹੈ, ਕਿਤੇ ਜਾ ਕੇ ਕਹਿਤਾ ਮਹੀਨੇ 'ਚ ਕਰ ਦਿੱਤੀ ਹੈ, ਪਰ ਉਹਦੇ ਬਾਵਜੂਦ ਕੇਸ ਤਾਂ ਹੋਰ ਨਿਕਲ ਹੀ ਆਉਂਦੇ ਆ। ਜੰਗਲਾਤ ਵਿਭਾਗ ਰੋਪੜ ਦੇ ਵਿੱਚ ਇੱਕ ਹੋਰ ਕੇਸ ਨਿਕਲਿਆ। ਮਤਲਬ ਪੰਜਾਬ ਸਰਕਾਰ ਨੂੰ ਜਾਂ ਜੰਗਲਾਤ ਮਹਿਕਮੇ ਨੂੰ ਕਿੱਦਾਂ ਚੂਨਾ ਲਾਇਆ ਗਿਆ। ਨਾਲਾਗੜ੍ਹ ਦੇ ਨੇੜੇ ਜਿਹੜੀ 90,000 ਏਕੜ ਪਰ ਏਕੜ ਜ਼ਮੀਨ ਆ, ਤੇ ਜਿਹੜਾ ਫਾਰੈਸਟ ਡਿਪਾਰਟਮੈਂਟ ਖਰੀਦਦਾ ਉਹਨੂੰ 9 ਲੱਖ ਪਰ ਏਕੜ ਤੋਂ ਜ਼ਿਆਦਾ, ਮਤਲਬ ਸਿੱਧੇ ਤੌਰ ਦੇ ਉੱਤੇ ਤੁਸੀਂ ਤਾਂ 20 ਏਕੜ ਦੀ ਜ਼ਮੀਨ ਦੀ ਜਿਹੜੀ ਖਰੀਦ ਹੋਈ ਹੈ, ਮਤਲਬ 1 ਏਕੜ ਦੇ ਵਿੱਚ ਤੁਸੀਂ 8 ਲੱਖ ਤੋਂ ਜ਼ਿਆਦਾ ਜਿਹੜਾ ਆ ਤੁਸੀਂ ਘਪਲਾ ਜਿਹੜਾ ਹੋ ਗਿਆ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹ ਚੀਜ਼ਾਂ ਵੀ ਭਾਵੇਂ ਉਹ ਪਿਛਲੀ ਸਰਕਾਰ ਦਾ ਹੋਵੇ, ਹੁਣ ਵੀ ਉਹ ਸਾਰਾ ਕੁਝ ਹੋ ਰਿਹਾ। ਸੋ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਥੋੜ੍ਹਾ ਹੋਰ ਚੌਕਸ ਹੋਣ ਦੀ ਲੋੜ ਹੈ, ਸੁਚੇਤ ਹੋਣ ਦੀ ਲੋੜ ਹੈ। ਇੱਕ ਇਸ ਸਰਕਾਰ ਦੀ ਜਿਹੜੀ ਸਭ ਤੋਂ ਵੱਡੀ ਦਿੱਕਤ ਆ ਰਹੀ, ਜਿਹੜੀ ਮੈਂ ਸਮਝਦਾ ਉਹ ਇਹ ਹੈ ਵੀ ਸਰਕਾਰ ਥੱਲੇ ਤੱਕ ਜਿਹੜਾ ਹੈ ਸ਼ਾਇਦ ਜੋ ਕਰਨਾ ਚਾਹੁੰਦੀ ਆ ਉਹਨੂੰ ਅਪਲਾਈ ਨਹੀਂ ਕਰਵਾ ਪਾ ਰਹੀ। ਮਿਸਾਲ ਦੇ ਤੌਰ 'ਤੇ ਦੇਖੋ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਜਿਹੜੇ ਆ, ਮਤਲਬ 16 ਜੂਨ ਦੀਆਂ ਉਹਨਾਂ ਦੀਆਂ ਬਦਲੀਆਂ ਕੀਤੀਆਂ ਪਈਆਂ, 206 ਕਰ ਰਹੇ ਦੂਜੀ ਥਾਂ ਜਾ ਕੇ, ਉਹ ਤਾਂ ਕਹਿੰਦੇ ਅਸੀਂ ਚਾਰਜ ਹੀ ਨਹੀਂ ਛੱਡਣਾ। ਹਾਂ, ਮਤਲਬ ਇਹ ਤਾਂ ਪਹਿਲੀ ਵਾਰ ਹੀ ਦੇਖ ਰਹੇ ਹਾਂ ਕਿ ਸਰਕਾਰ ਨੇ 16 ਜੂਨ ਦੇ ਹੁਕਮ ਕੀਤੇ, ਹੁਣ ਜੂਨ ਦਾ ਮਹੀਨਾ ਖਤਮ ਹੋ ਗਿਆ ਹੈ ਨਾ, 1 ਦਿਨ ਰਹਿ ਗਿਆ ਨਾ, ਤੇ 15 ਦਿਨ ਹੋ ਗਏ, 15 ਦਿਨਾਂ ਦੇ ਵਿੱਚ ਉਹ ਕਹਿੰਦੇ ਨਹੀਂ ਛੱਡਦੇ ਅਸੀਂ ਚਾਰਜ। ਸੁਸ਼ੀਲ ਭਾਜੀ, ਮੈਂ ਇਹੀ ਮਸਲਾ ਜਾਣਨਾ ਚਾਹੁੰਦਾ, ਕਹਿੰਦੇ ਕਿ ਅਫਸਰਸ਼ਾਹੀ ਸਾਰਾ ਕੁਝ ਘੁਮਾ ਦਿੰਦੀ ਆ। ਕੀ ਇਹ ਲਗਾਤਾਰ ਸਰਕਾਰ ਜਿਹੜੀ ਪਿਛਲੀਆਂ ਅਫਸਰਾਂ ਦੀਆਂ, ਜਿਵੇਂ ਪੋਪਲੀ ਵਾਲਾ ਮਾਮਲਾ ਸਾਹਮਣੇ ਆ ਗਿਆ ਹਾਂ, ਜਾਂ ਜਿੰਨੇ ਤਰ੍ਹਾਂ ਦੇ ਘਟਾਲੇ ਸਾਹਮਣੇ ਆ ਰਹੇ ਨੇ ਕਾਂਗਰਸ ਸਮੇਂ ਦੇ ਜਾਂ ਅਕਾਲੀਆਂ ਸਮੇਂ ਦੇ, ਉਹ ਅਫਸਰ ਵੀ ਉਹਦੇ ਵਿੱਚ ਨਾਲ ਆਉਣੇ ਆ ਨਾ, ਇਕੱਲੇ ਲੀਡਰਸ਼ਿਪ ਤਾਂ ਆਉਣੀ ਨਹੀਂ, ਅਫਸਰ ਵੀ ਨਾਲ ਆਉਣੇ ਆ। ਸੋ ਜੰਗਲਾਤ ਵਾਲਾ ਮਾਮਲਾ ਵੀ ਜਿਵੇਂ ਉਹ 'ਚ ਵੀ ਅਫਸਰ ਆ ਗਏ ਕਿੰਨੇ। ਸੋ ਉਸ ਨੂੰ ਲੈ ਕੇ ਕਿਤੇ ਅਫਸਰਸ਼ਾਹੀ ਲੋਬੀ, ਇੱਕ ਸਾਰੇ ਅਫਸਰ ਨਾ ਕਰਪਟ ਹੁੰਦੇ ਨੇ, ਨਾ ਸਾਰੇ ਅਫਸਰ ਇਮਾਨਦਾਰ ਨੇ। ਸੋ ਇਸ ਲਈ ਕੀ ਇਹ ਲੋਬੀ ਤਾਂ ਨਹੀਂ ਕੋਈ ਕੰਮ ਕਰੀ, ਕੋਈ ਇਹੋ ਜਿਹਾ ਵੀ ਲੱਗ ਰਿਹਾ?
ਦੋ ਤਰ੍ਹਾਂ ਦੀਆਂ ਕਿ ਸਰਕਾਰ ਦੇ ਕੰਟਰੋਲ ਤੋਂ ਬਾਹਰ ਨੇ ਅਫਸਰਸ਼ਾਹੀ? ਦੋ ਤਰ੍ਹਾਂ ਦੀਆਂ ਗੱਲਾਂ ਦੇਖੋ, ਜਿੱਦਾਂ ਤੁਸੀਂ ਵੀ ਕਿਹਾ, ਮੈਂ ਵੀ ਇਹ ਮੰਨ ਕੇ ਚੱਲਦਾ, ਕਿਤੇ ਵੀ ਕਦੇ ਵੀ ਸਾਰਾ ਕੁਝ ਜਿਹੜਾ ਗਲਤ ਨਹੀਂ ਹੁੰਦਾ, ਬਿਜ਼ਨਸ ਨਹੀਂ ਹੁੰਦਾ ਕਿਸੇ ਚੀਜ਼ ਦਾ, ਸੱਚ ਹਮੇਸ਼ਾ ਰਹਿੰਦਾ, ਉਹਦੀ ਮਾਤਰਾ ਭਾਵੇਂ ਘੱਟ ਜਾਵੇ, ਸੱਚ ਹਮੇਸ਼ਾ ਰਹਿੰਦਾ। ਇਮਾਨਦਾਰ ਲੋਕ ਹਰ ਸੁਸਾਇਟੀ ਦੇ ਵਿੱਚ ਪਾਏ ਜਾਂਦੇ ਆ, ਪਰ ਮਸਲਾ ਇਹ ਹੈ ਵੀ ਜਦੋਂ ਕੋਈ ਇਮਾਨਦਾਰੀ ਸਾਡੇ ਸਾਹਮਣੇ ਆਉਂਦੀ ਹੈ ਤੇ ਅਖਬਾਰਾਂ 'ਚ ਸੁਰਖੀਆਂ ਲੱਗਦੀਆਂ, ਉਹਦਾ ਹੈਡਿੰਗ ਪਤਾ ਕੀ ਹੁੰਦਾ? ਇਮਾਨਦਾਰੀ ਹਾਲੇ ਵੀ ਜ਼ਿੰਦਾ ਹੈ। ਇਹਦਾ ਮਤਲਬ ਲੋਕਾਂ ਨੇ ਮੰਨ ਲਿਆ ਕਿ ਤਾਂ ਕਦੀ ਕਿਤੇ ਘਟਨਾ ਵਾਪਰਦੀਆਂ, ਫਿਰ ਉਹ ਹੈਡਿੰਗ ਇਸ ਕਰਕੇ ਲੱਗਦੇ ਇਮਾਨਦਾਰੀ ਹਾਲੇ ਵੀ ਜ਼ਿੰਦਾ ਹੈ, ਕਿਉਂਕਿ ਬਹੁਤ ਘੱਟ ਇੱਦਾਂ ਦੀਆਂ ਸਾਡੇ ਕੋਲ ਮਿਸਾਲਾਂ ਨੇ ਜਿੱਥੇ ਓਨੈਸਟੀ ਜਿਹੜੀ ਸਾਨੂੰ ਇੱਦਾਂ ਦਿਖਾਈ ਦਿੰਦੀ, ਹੈਰਾਨੀ ਹੁੰਦੀ ਹੈ ਨਾ ਵੀ ਹੈ ਸੱਚੀ ਹੈਰਾਨੀ ਚੋਂ ਹੈਡਿੰਗ ਨਿਕਲਦੀ ਨਾ, ਤੇ ਇਸ ਕਰਕੇ ਗਰਕਤਾ ਗਿਆ ਜੀ ਸਾਰਾ ਕੁਝ। ਹੁਣ ਜਿਹੜੀ ਤੁਸੀਂ ਪੁੱਛੀ ਆ ਜਿਹੜੀ ਅਫਸਰਸ਼ਾਹੀ ਵਾਲਾ ਮਾਮਲਾ ਜਿਹੜਾ, ਇਹਦੇ 'ਚ ਦੋ ਪਰਤਾਂ ਇਹਦੀਆਂ। ਇੱਕ ਤਾਂ ਜਿਹੜੀ ਤੁਸੀਂ ਆਪ ਹੀ ਗੱਲ ਕਹੀ ਹੈ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੀ ਕਰਪਸ਼ਨ ਹੋਈ ਹੈ, ਉਹਦੇ ਕਰਪਸ਼ਨ ਲਈ ਕੋਈ ਇੱਕ ਵਿਅਕਤੀ ਥੋੜ੍ਹਾ ਜ਼ਿੰਮੇਵਾਰ ਆ। ਇਸ ਸਿਸਟਮ ਦੇ ਵਿੱਚ ਇਸ ਸਿਸਟਮ ਦੇ ਵਿੱਚ ਹੇਠਾਂ ਤੋਂ ਉੱਪਰ ਤੱਕ ਮਤਲਬ ਕਰਪਸ਼ਨ ਹੈ। ਜੇ ਮੈਨੂੰ ਉਲਟਾ ਦੇਵਾਂ ਤਾਂ ਕਰਪਸ਼ਨ ਦਾ ਕਾਰਨ ਹੈਗਾ ਉੱਪਰੋਂ ਹੇਠਾਂ ਤੱਕ, ਮਤਲਬ ਇਹ ਥੱਲੇ ਜਿਹੜਾ ਕੋਈ ਕਰਪਸ਼ਨ ਲੈ ਰਿਹਾ ਨਾ, ਉਹ ਕਰਪਸ਼ਨ ਉਹ ਨਹੀਂ ਸ਼ੁਰੂ ਕਰ ਰਿਹਾ, ਉਹਦੇ ਤੋਂ ਕਰਪਸ਼ਨ ਕਰਵਾਈ ਜਾ ਰਹੀ ਹੈ, ਉੱਪਰੋਂ ਡਿਮਾਂਡ ਹੁੰਦੀ ਹੈ। ਯੈਸ, ਉਹ ਕਿਉਂਕਿ ਹਿੱਸਾ ਪੱਤੀ ਹੈ ਨਾ। ਮੈਨੂੰ ਯਾਦ ਆ ਗਿਆ, ਮੈਂ ਪਿੰਡ ਜਦੋਂ ਅੱਤਵਾਦ ਦਾ ਦੌਰ ਸੀ, ਸਾਡੇ ਪਿੰਡ ਪੁਲਿਸ ਦੀ ਚੌਕੀ ਪੈ ਗਈ, ਪੁਲਿਸ ਦੀ ਚੌਕੀ ਪੈ ਗਈ ਤੇ ਅਸੀਂ ਨੌਜਵਾਨ ਸਭਾ 'ਚ ਕੰਮ ਕਰਦੇ ਸੀਗੇ, ਪੰਚਾਇਤ ਵੀ ਸਾਡੀ ਧਿਰ ਦੀ ਸੀ, ਤੇ ਲੋਕ ਸ਼ਿਕਾਇਤਾਂ ਕਰਨ ਲੱਗ ਪਏ ਵੀ ਜਿਹੜਾ ਨਵਾਂ ਥਾਣੇਦਾਰ ਇੱਥੇ ਆਇਆ ਨਾ ASI, ਇਹ ਤਾਂ ਕੋਈ ਵੀ ਕੰਮ ਕਰਦਾ ਤੇ ਪੈਸੇ ਲੈ ਕੇ ਕਰਦਾ। ਅਸੀਂ ਚਲੇ ਗਏ ਡੈਪੂਟੇਸ਼ਨ ਲੈ ਕੇ ਮਿਲਣ, ਇਹ ਦੇਖੋ ਅੱਜ ਕਿੰਨੀ ਪੁਰਾਣੀ ਗੱਲ ਹੈ, 30 ਸਾਲ ਪੁਰਾਣੀ ਗੱਲ ਹੈ। ਅਸੀਂ ਜਾ ਕੇ ਉਹਨਾਂ ਨੂੰ ਕਿਹਾ ਵੀ ਭਾਈ ਸ਼ਿਕਾਇਤਾਂ ਆ ਰਹੀਆਂ, ਤੂੰ ਪੈਸੇ ਲੈ, ਕਹਿੰਦਾ ਜੀ ਮੈਂ ਕੀ ਕਰਾਂ, ਮੇਰੇ DSP ਨੇ ਮੈਨੂੰ ਕਿਹਾ 1 ਮਹੀਨੇ 'ਚ 9 ਲੱਖ ਰੁਪਏ ਇਕੱਠਾ ਕਰਕੇ ਦੇ, ਮੈਂ ਆਪਣੀ ਜੇਬ 'ਚੋਂ ਕਿੱਥੋਂ ਦੇਵਾਂ? ਮਤਲਬ ਥੱਲਿਓਂ ਲੈ ਕੇ ਉੱਪਰ, ਉੱਪਰੋਂ ਲੈ ਕੇ ਥੱਲੇ ਤੱਕ ਇਹ ਹਿੱਸਾ ਪੱਤੀ ਜਿਹੜੀ ਆ। ਹੁਣ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ, ਰੈਵਨਿਊ ਡਿਪਾਰਟਮੈਂਟ ਦਾ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਮਾਲਦਾਰ ਮਹਿਕਮਾ ਹੈਗਾ। ਰੈਵਨਿਊ ਡਿਪਾਰਟਮੈਂਟ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਜਦੋਂ ਹੁਣ ਬਦਲਣ ਦੀ ਕੋਸ਼ਿਸ਼ ਹੋਈ, ਸਰਕਾਰ ਨੇ ਕਿਹਾ ਕਿ ਅਸੀਂ ਕਰਪਸ਼ਨ ਨਹੀਂ ਚੱਲਣ ਦੇਣੀ, ਹੈ ਨਾ, ਤੇ ਉਹ ਥੱਲੇ ਪ੍ਰੋਬਲਮ ਇਹ ਹੈ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਜਿਹੜਾ ਉਹ ਘਾਸੇ ਪੈ ਚੁੱਕੇ ਆ, ਪੂਰੇ ਦਾ ਪੂਰਾ ਸਿਸਟਮ ਹੈ। ਉੱਥੇ ਤੁਹਾਨੂੰ ਕਹਿਣਾ ਨਹੀਂ ਪੈਂਦਾ ਵੀ, ਉੱਥੇ ਮੰਗਣੀ ਨਹੀਂ ਪੈਂਦੀ ਰਿਸ਼ਵਤ, ਉਹ ਪਤਾ ਹੈ ਵੀ ਰਜਿਸਟਰੀ ਕਰਾਉਣੀ ਹੈ ਤਾਂ 15,000 ਰੇਟ ਹੈ ਤਾਂ ਦੇਣਾ ਪੈਣਾ। ਉਹ ਜਿਹੜਾ 15,000 ਰੇਟ ਦਿੱਤੇ ਆ ਕਿਸੇ ਨੂੰ, ਉਹ 15,000 ਜਿਹਨੂੰ ਦਿੱਤਾ ਗਿਆ ਉਹਦੇ ਤੱਕ ਹੀ ਥੋੜ੍ਹਾ ਸੀਮਤ ਹੋਣਾ, ਪਤਾ ਨਹੀਂ ਕਿੰਨੇ ਹਿੱਸਿਆਂ 'ਚ ਵੰਡ ਹੋਣਾ। ਇਹ ਬ੍ਰੇਕ ਜਦੋਂ ਹੋਣ ਲੱਗਾ ਹੁਣ ਸਾਰਾ ਕੁਝ, ਕਿਉਂਕਿ ਬ੍ਰੇਕ ਸਰਕਾਰ ਕਰਨਾ ਚਾਹੁੰਦੀ ਹੈ, ਮੰਨ ਲਓ ਆਪਾਂ ਕਹਿੰਦੇ ਸਰਕਾਰ ਬਹੁਤ ਓਨੈਸਟ ਹੈ, ਸਰਕਾਰ ਜਦੋਂ ਉਹਨੂੰ ਬ੍ਰੇਕ ਕਰਨਾ ਚਾਹੁੰਦੀ ਹੈ ਸਾਰੇ ਸਿਸਟਮ ਨੂੰ, ਤਾਂ ਤਕਲੀਫ ਹੁੰਦੀ ਹੈ ਥੱਲੇ ਉਹ, ਕਿਉਂਕਿ ਉਹਨਾਂ ਦੇ 75 ਸਾਲ ਤੋਂ ਆਦਤਾਂ ਪਈਆਂ ਨਾ, ਉਹ ਤਾਂ ਜੀਨ 'ਚ ਸ਼ਾਮਲ ਹੋ ਚੁੱਕਾ। ਹੁਣ ਸਵਾਲ ਇਹ ਹੈ ਕਿ ਜਿਹੜੀ ਇੱਕ ਗੱਲ ਤੁਸੀਂ ਕਹੀ ਵੀ ਪਿਛਲੇ ਸਰਕਾਰਾਂ ਦੇ ਵਿੱਚ ਜਿਹੜੇ ਲੋਕ ਇਨਵੋਲਵ ਰਹੇ, ਸਾਰਿਆਂ ਨੂੰ ਅਸੀਂ ਹੁਣ ਵੀ ਕਹਿ ਦਈਏ, ਸਪਸ਼ਟ ਕਰ ਦਈਏ, ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ, ਨਾ ਅਸੀਂ ਕਿਸੇ ਦਾ ਨਾਂ ਲੈ ਰਹੇ, ਪਰ ਇਹ ਸਾਰੀ ਦੁਨੀਆ ਜਾਣਦੀ ਹੈ ਵੀ ਸਰਕਾਰੀ ਪੁਸ਼ਟ ਪਨਾਹੀ ਤੋਂ ਬਿਨਾਂ, ਸੱਤਾ 'ਚ ਬੈਠੀ ਜਿਹੜੀ ਧਿਰ ਹੈ ਉਹਦੀ ਪੁਸ਼ਟ ਪਨਾਹੀ ਤੋਂ ਬਿਨਾਂ ਇੱਕ ਧੰਦਾ ਨਹੀਂ ਚੱਲਦਾ। ਸੋ ਇਸ ਕਰਕੇ ਇੱਕ ਡਰ ਤਾਂ ਇਹ ਹੈ ਲੋਬੀ ਨੂੰ, ਜਿਹੜੀ ਪੁਰਾਣੀ ਧਿਰ ਸੀ, ਸਰਕਾਰੀ ਧਿਰ ਜਿਹੜੀ ਰਹੀ ਹੈ, ਉਹਨਾਂ ਨੂੰ ਵੀ ਡਰ ਹੈ, ਤੇ ਜਿਹੜੇ ਉਹਨਾਂ ਨਾਲ ਇਨਵੋਲਵ ਰਹੇ ਨੇ ਉਹਨਾਂ ਨੂੰ ਵੀ ਡਰ ਹੈ। ਇਸ ਕਰਕੇ ਉਹ ਬ੍ਰੇਕ ਹੀ ਨਹੀਂ ਹੋਣ ਦੇਣਾ ਚਾਹੁੰਦੇ ਇਹਨੂੰ, ਇਸ ਕਰਕੇ ਸਰਕਾਰ ਦਾ ਉਹ ਕੰਮ ਰੋਕਦੇ ਆ। ਦੂਜੀ ਗੱਲ ਬੜੀ ਇੰਪੋਰਟੈਂਟ ਜਿਹੜੀ ਹੈ ਕਿ 75 ਸਾਲਾਂ ਦੇ ਵਿੱਚ ਜਿਹੜੀ ਵੱਡਾ ਹਿੱਸਾ ਜਿਹੜਾ ਅਫਸਰਸ਼ਾਹੀ ਦਾ ਉਹ ਵੰਡਿਆ ਗਿਆ ਕੁਝ ਧੜਿਆਂ ਦੇ ਵਿੱਚ, ਵੀ ਆਹ ਜਿਹੜਾ ਸਪੈਸ਼ਲ ਮੰਨ ਲਓ ਕਿਸੇ ਅਫਸਰ ਦੀ ਗੱਲ ਹੈ, ਕਿਸੇ ਦਾ ਪਸੰਦੀਦਾ ਅਫਸਰ ਕਿਉਂ ਹੋ ਜਾਂਦਾ ਕੋਈ, ਵੀ ਆਹ ਫਲਾਨਾ ਅਫਸਰ ਤਾਂ ਵੀ ਕੈਪਟਨ ਅਮਰਿੰਦਰ ਦਾ ਹੈ, ਫਲਾਨਾ ਅਫਸਰ ਤਾਂ ਜਿਹੜਾ ਸੁਖਬੀਰ ਬਾਦਲ ਦਾ ਹੈ। ਇਹ ਜਿਹੜੀ ਅਫਸਰਸ਼ਾਹੀ ਇੱਦਾਂ ਵੰਡੀ ਗਈ ਹੈ 3 ਧਿਰਾਂ ਦੇ ਵਿੱਚ, ਇੱਕ BJP ਦੀ ਲੋਬੀ ਹੈ, ਇੱਕ ਅਕਾਲੀ ਦਲ ਦੀ ਲੋਬੀ ਹੈ, ਇੱਕ ਕਾਂਗਰਸ ਦੀ ਲੋਬੀ ਹੈ। ਉਹ ਕਦੀ ਨਹੀਂ ਚਾਹਣਗੇ ਵੀ ਇਹ ਜਿਹੜੀ ਸਰਕਾਰ ਕੁਝ ਚੰਗੇ ਕੰਮ ਕਰਨਾ ਜੇ ਚਾਹਵੇ ਤਾਂ ਉਹ ਹੋਣ ਦਿੱਤੇ ਜਾਣ। ਇਹ ਸਰਕਾਰ ਨੂੰ ਜਿੰਨਾ ਬਦਨਾਮ ਕੀਤਾ ਜਾ ਸਕੇ ਉਹਨਾਂ ਬਦਨਾਮ ਕੀਤਾ ਜਾਵੇ, ਉਹ ਚ ਅਫਸਰਸ਼ਾਹੀ ਵੀ। ਸੋ ਇਹ ਦੋ ਗੱਲਾਂ ਇਸ ਵੇਲੇ ਜਿਹੜੀਆਂ ਹੈਗੀਆਂ, ਇਹਦੇ 'ਚ ਇੱਕ ਤਾਂ ਹਿੱਤ ਟਕਰਾਉਂਦੇ ਇੱਕ ਦੂਜੇ ਦੇ, ਦੂਜੀ ਗੱਲ ਸਿਆਸਤ ਇਹ ਨਹੀਂ ਚਾਹੁੰਦੀ ਜਿਹੜੀ ਪਿਛਲੀ ਰਵਾਇਤੀ ਪੋਲੀਟਿਕਸ ਜਿਹੜੀ ਹੈ, ਉਹ ਕੋਈ ਨਵੀਂ ਕਿਸਮ ਦੀ ਪੋਲੀਟਿਕਸ ਜਿਹੜੀ ਆ ਪੰਜਾਬ ਦੇ ਵਿੱਚ ਹਾਵੀ ਹੋਵੇ। ਇਹਨੂੰ ਫੇਲ ਕਰਕੇ, ਨਾਕਾਮ ਕਰਕੇ, ਇਹ ਸਾਬਤ ਕਰਕੇ, ਉਹਦੇ ਵਿੱਚੋਂ ਤੁਸੀਂ ਦੇਖ ਲਓ ਵੀ ਜਿਹੜੀ ਵੋਟ ਪਰਸੈਂਟੇਜ ਜਿਹੜੀ ਘਟੀ ਆ 30%, ਉਹ ਕੌਣ ਲੋਕ ਨੇ? ਉਹ ਬਕਾਇਦਾ ਮਤਲਬ ਉਹ ਆਪਣੀ ਹਾਰ ਤੋਂ ਨਹੀਂ ਦੁਖੀ ਹੈਗੇ, ਕਾਂਗਰਸੀ, ਅਕਾਲੀ, BJP, ਉਹ ਆਮ ਆਦਮੀ ਪਾਰਟੀ ਦੀ ਹਾਰ ਤੋਂ ਖੁਸ਼ ਹੈ। ਹਾਂ, ਸਭ ਤੋਂ ਥੱਲੇ ਰਹਿ ਕੇ ਵੀ। ਹਾਂ, ਤੁਸੀਂ ਇਹ ਦੇਖੋ ਕਿ ਉਹਨਾਂ ਦੀ ਇਹੀ ਖੁਸ਼ੀ ਬਹੁਤ ਹੈ, ਇਹ ਖੁਸ਼ੀ ਬਣਾਈ ਆ ਉਹਨਾਂ ਨੇ ਵੀ ਇਹ ਦੱਸਣ ਲਈ ਵੀ ਲਓ ਜੀ 3 ਮਹੀਨਿਆਂ 'ਚ। ਸਵਾਲ ਇਹ ਕਿ ਲੋਕਾਂ ਨੇ ਤੁਹਾਨੂੰ ਵੀ ਦੁਬਾਰਾ ਮੂੰਹ ਨਹੀਂ ਲਾਇਆ, ਪਰ ਉਹ ਗੱਲ ਇਹ ਨਹੀਂ ਪੇਸ਼ ਕਰਦੇ। ਉਹ ਕਹਿੰਦੇ ਦੇਖ ਲਓ, ਪਤਾ ਲੱਗ ਗਿਆ ਨਾ ਜੀ 3 ਮਹੀਨਿਆਂ 'ਚ ਸਰਕਾਰ ਨੇ ਕੀਤਾ ਕੀ ਆ, ਜੇ 3 ਮਹੀਨੇ 'ਚ ਇਹ ਹਾਲ ਹੈ 5 ਸਾਲਾਂ 'ਚ ਕੀ ਹੋ ਜਾਊਗਾ। ਮਤਲਬ ਉਹ ਇਸ ਤਰ੍ਹਾਂ ਦੀ ਪੇਸ਼ਕਾਰੀ ਕਰਦੇ, ਇਹ ਨਹੀਂ ਦੱਸਦੇ ਵੀ ਤੁਸੀਂ 3.5 ਲੱਖ ਤੋਂ ਭਾਈ 70,000 ਤੇ ਕਿੱਦਾਂ ਆ ਗਏ, ਤੁਹਾਡੀ ਜ਼ਮਾਨਤਾਂ ਜ਼ਬਤ ਨੇ, ਤੁਹਾਡੀਆਂ ਜ਼ਮਾਨਤਾਂ ਕਿੱਦਾਂ ਜ਼ਬਤ ਹੋ ਗਈਆਂ। ਕਾਂਗਰਸ ਦੀ ਜ਼ਮਾਨਤ ਜ਼ਬਤ ਹੋਣੀ ਪੰਜਾਬ ਦੇ ਵਿੱਚ
ਇਹ ਬਹੁਤ ਅਲੋਕਾਰ ਘਟਨਾ ਆ। ਅਕਾਲੀ ਦਲ ਸਭ ਤੋਂ ਅਕਾਲੀ ਦਲ ਸਭ ਤੋਂ ਫਾਡੀ ਹੈ, ਪੰਥਕ ਪਾਰਟੀ, ਪੰਜਾਬ ਦੀ ਪਾਰਟੀ, ਖੇਤਰੀ ਪਾਰਟੀ। ਉਹ ਆਪਣੀ ਹਾਰ ਦਾ ਕੋਈ ਕੰਮ ਨਹੀਂ ਹੈ। ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹਾਰ ਗਿਆ, ਇਹਨੂੰ ਚੱਕ ਲਿਆ ਇਸ ਢੰਗ ਦੇ ਨਾਲ, ਦੇਖਿਆ 3 ਮਹੀਨਿਆਂ 'ਚ ਪਤਾ ਲੱਗ ਗਿਆ ਨਾ ਇਹਨਾਂ ਦੀ ਇਹ ਕਰਨਾ ਕੀ ਹੈ। ਇਹਨਾਂ ਨੇ ਕੁਝ ਨਹੀਂ ਕਰਨਾ, 3 ਮਹੀਨਿਆਂ 'ਚ ਪਤਾ ਲੱਗ ਗਿਆ। ਇਹ ਨੈਰੇਟਿਵ ਹੈ ਅਸਲ ਦੇ ਵਿੱਚ ਇੱਕ ਸਾਰ। ਸੁਸ਼ੀਲ ਭਾਜੀ, ਇਹਦਾ ਅਸਰ ਆਮ ਆਦਮੀ ਪਾਰਟੀ ਤੇ ਵੀ ਜਾਏਗਾ, ਕਿਉਂਕਿ ਆਮ ਆਦਮੀ ਪਾਰਟੀ ਨੂੰ ਮੈਨੂੰ ਲੱਗਦਾ ਠੋਕਰ ਤਾਂ ਵੱਜੀ ਨਾ, ਉਹਨਾਂ ਲਈ ਸੰਭਲਣ ਦਾ ਮੌਕਾ ਤਾਂ ਹੈ ਨਾ ਹੁਣ। ਨਹੀਂ ਸੰਭਲਣ ਤਾਂ ਦੇਖੋ ਇਹਦੇ ਉਹ ਵੀ ਤੱਤੇ ਚੱਲ ਪਏ ਸੀ ਥੋੜੇ। ਬਿਲਕੁਲ ਦੇਖੋ ਅਸੀਂ ਖੁਦ ਕਹਿੰਦੇ ਰਹੇ ਹਾਂ ਵੀ ਆਮ ਆਦਮੀ ਪਾਰਟੀ ਨੂੰ ਕੁਝ ਫੈਸਲੇ ਤਾਂ ਇਦਾਂ ਦੇ ਜਿਹੜੇ ਸਵੇਰੇ ਉਹਨਾਂ ਨੇ ਕਿਤੇ ਸ਼ਾਮ ਨੂੰ ਵਾਪਸ ਲੈਣੇ ਪਏ, ਵੀ ਇੰਨੀ ਕਾਹਲੇ ਕਿਉਂ ਚੱਲਦੇ ਆ ਤੁਸੀਂ ਕਿਸੇ ਵੀ ਮਾਮਲੇ 'ਚ ਇੰਨੇ ਕਾਹਲੇ ਚੱਲਣਾ। ਦੇਖੋ ਤੁਹਾਨੂੰ ਪਹਿਲਾਂ ਮੈਨੂੰ ਕਾਮਰੇਡ ਲੈਨਨ ਦੇ ਲਫ਼ਜ਼ ਯਾਦ ਆ ਗਏ, ਜਦੋਂ ਰੂਸ ਦੇ ਵਿੱਚ ਹਾਲੇ ਸੋਸ਼ਲਿਜ਼ਮ ਨਹੀਂ ਸੀ ਆਇਆ, ਜਦੋਂ ਹਾਲੇ ਉਹ ਸਟਰਗਲਿੰਗ ਮੋਡ 'ਚ ਸੀਗੇ, ਤੇ ਉਹਨਾਂ ਨੇ ਕਿਤੇ ਲਿਖਿਆ ਵੀ ਜਦੋਂ ਅਸੀਂ ਫੈਕਟਰੀ 'ਚ ਜਾਂਦੇ ਹਾਂ, ਕਿਸੇ 'ਚ ਕੰਮ ਕਰਨ ਜਾਂਦੇ ਹਾਂ, ਤੇ ਇਸ ਇਰਾਦੇ ਨਾਲ ਜਾਂਦੇ ਹਾਂ ਵੀ ਉਸ ਫੈਕਟਰੀ ਦੇ ਵਿੱਚ ਸਾਡੀ ਕੋਈ ਮਜ਼ਦੂਰ ਜਥੇਬੰਦੀ ਹੈ ਨਹੀਂ, ਅਸੀਂ ਜਥੇਬੰਦੀ ਬਣਾਉਣੀ ਹੈ। ਪਰ ਅਸੀਂ ਜਾਂਦੇ ਹੀ ਨਹੀਂ, ਕਹਿੰਦੇ ਜਥੇਬੰਦੀ ਬਣਾਉਣ ਲੱਗ ਪੈਂਦੇ। ਪਹਿਲਾਂ 2 ਮਹੀਨੇ ਜਾ ਕੇ ਸਮਝੀਦਾ ਹੈ ਵੀ ਇੱਥੇ ਜਿਹੜਾ ਮਾਲਕ ਦੀ ਫਿਤਰਤ ਕੀ ਆ, ਮੁਲਾਜ਼ਮ ਕੀ ਸੋਚਦਾ ਤੇ ਉਹਨੂੰ ਕਿੱਦਾਂ ਆਰਗੇਨਾਈਜ਼ ਕੀਤਾ ਜਾ ਸਕਦਾ। 2 ਮਹੀਨੇ ਬਾਅਦ ਕਹਿੰਦੇ ਅਸੀਂ ਕੰਮ ਸ਼ੁਰੂ ਕਰਦੇ ਹਾਂ। ਇਹਨਾਂ ਨੇ ਤਾਂ ਪਹਿਲੇ ਦਿਨ ਹੀ ਕੰਮ ਚੱਕਦਾ। ਪਹਿਲਾਂ ਉਹਨਾਂ ਨੂੰ ਅਫਸਰਸ਼ਾਹੀ ਦਾ ਕਰੈਕਟਰ ਸਮਝਣਾ ਚਾਹੀਦਾ ਸੀ। ਇਹ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਵੀ ਅਫਸਰਸ਼ਾਹੀ 3 ਥਾਵਾਂ 'ਤੇ ਵੰਡੀ ਹੋਈ, ਦੇਖਣਾ ਚਾਹੀਦਾ ਸੀ। ਕਰਪਸ਼ਨ, ਮੈਂ ਅੱਗੇ ਵੀ ਕਹਿੰਦਾ ਕਿ ਕਰਪਸ਼ਨ ਕੋਈ ਕਮਰੇ 'ਚ ਪਿਆ ਕੂੜਾ ਨਹੀਂ ਹੈ ਵੀ ਉਹਨੂੰ ਝਾੜੂ ਨਾਲ ਤੁਸੀਂ ਸਾਫ਼ ਕਰਤਾ। ਕਰਪਸ਼ਨ ਤਾਂ ਤੁਹਾਡੇ ਜੀਨ 'ਚ ਹੈ, ਤੁਹਾਡੇ ਖੂਨ ਦੇ ਵਿੱਚ ਹੈ, ਤੇ ਉਹ ਇਹ ਸਿਸਟਮ ਦਾ ਪਾਰਟ ਬਣ ਚੁੱਕੀ ਹੈ। ਇਸ ਕਰਕੇ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ। ਹਾਲੇ ਵੀ ਚੌਕਸੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਬਹੁਤ ਵੱਡੇ ਚੈਲੰਜ ਖੜੇ ਹੋ ਗਏ ਆ ਆਮ ਆਦਮੀ ਪਾਰਟੀ ਦੇ ਸਾਹਮਣੇ। ਜੋ ਵੀ ਉਹ ਕਰਦੇ ਆ, ਜਾਂ ਤਾਂ ਉਹਨਾਂ ਨੂੰ ਖੁਦ ਵਾਪਸ ਲੈਣਾ ਪੈਂਦਾ, ਜਾਂ ਉਹਦੇ 'ਚ ਕੋਈ ਕਾਨੂੰਨੀ ਅੜਿੱਕਾ ਆ ਜਾਂਦਾ। ਮੰਨ ਲਓ ਹੁਣ ਸ਼ਰਾਬ ਦੀ ਪਾਲਿਸੀ ਨਵੀਂ ਲੈ ਕੇ ਆਉਣੀ ਸੀ ਉਹਨਾਂ ਨੇ, ਉਹਦੇ 'ਤੇ ਕਾਨੂੰਨੀ ਅੜਿੱਕਾ ਆ ਗਿਆ। ਜਿਹੜੇ ਠੇਕੇਦਾਰ ਸੀ, ਛੋਟੇ ਠੇਕੇਦਾਰ, ਦੇਖੋ ਤਰੀਕਾ ਗਲਤ ਹੈ। ਮਤਲਬ ਤੁਸੀਂ ਜਿਹੜੇ ਵੱਡੇ ਲੋਕ ਆ ਉਹਨਾਂ ਨੂੰ ਇੱਕ ਕਿਸਮ ਦਾ ਉਹਦੇ ਤੇ ਇੱਕ ਕਿਸਮ ਦਾ ਕਬਜ਼ਾ ਦੇ ਰਹੇ ਹੋ ਸ਼ਰਾਬ ਦੇ ਠੇਕਿਆਂ ਦੇ ਉੱਤੇ। ਲੱਗੇ ਲੋੜ ਸੀ ਛੋਟੇ ਬੰਦਿਆਂ ਨੂੰ। ਮਤਲਬ ਜਿਹੜਾ 4 ਕਰੋੜ ਤੱਕ ਦੀ ਸੀਮਾ ਤੈਅ ਕੀਤੀ ਸੀ, ਤੁਸੀਂ ਗਰੁੱਪ ਬਣਾਏ ਹੋਵੇ 4 ਕਰੋੜ ਜਿਹੜਾ ਆ ਉਹ ਵੀ ਇਹਦੇ 'ਚ ਬੋਲੀ ਦੇ ਵਿੱਚ ਸ਼ਾਮਲ ਹੋ ਸਕਦਾ। ਇੱਕ ਤਾਂ ਬੋਲੀ ਖਤਮ ਕਰਤੀ, ਟੈਂਡਰ ਜਾਰੀ ਕਰਨੇ ਆ। ਦੂਜਾ 4 ਕਰੋੜ ਦਾ ਵਧਾ ਕੇ 30 ਕਰੋੜ ਤੁਸੀਂ ਕਰਤਾ। ਤਾਂ ਛੋਟਾ ਬੰਦਾ ਆ ਹੀ ਨਹੀਂ ਸਕਦਾ। ਛੋਟਾ ਬੰਦਾ ਆ ਹੀ ਨਹੀਂ ਸਕਦਾ। ਉਹ 4 ਕਰੋੜ ਵਾਲੇ ਕੀ ਕਰ ਸਕਦੇ? ਉਹ ਜਾਂ ਤਾਂ ਕਰਨਗੇ 6-7 ਜਾਣੇ ਇਕੱਠੇ ਹੋ ਕੇ ਗਰੁੱਪ ਬਣਾਉਣਗੇ, 30 ਕਰੋੜ ਪੂਰਾ ਕਰਨਗੇ, ਨਹੀਂ ਤਾਂ ਉਹ ਫਿਰ ਚੱਲ ਗਏ। ਤਿੰਨ ਪਟੀਸ਼ਨਾਂ ਦਾਇਰ ਹੋ ਗਈਆਂ ਕੋਰਟ ਦੇ ਵਿੱਚ। ਕੋਰਟ ਨੇ ਇੱਕ ਠੇਕੇ ਦੀ ਅਲਾਟਮੈਂਟ ਰੋਕਤੀ। 1 ਜੁਲਾਈ ਤੋਂ ਤੁਹਾਡੀ ਇਹ ਨਵੀਂ ਪਾਲਿਸੀ ਲਾਗੂ ਹੋਣੀ। ਇਹਦੇ ਨਾਲ ਮਾਲੀ ਤੇ ਅਸਰ ਵੀ ਪਏਗਾ। ਲਾਜ਼ਮੀ ਪਏਗਾ, ਤਾਂ ਲਾਜ਼ਮੀ ਪਏਗਾ। ਇੱਦਾਂ ਹੀ ਜਿੱਦਾਂ ਹੁਣ ਤੁਸੀਂ ਰੇਤੇ ਦੀ ਮਾਈਨਿੰਗ ਤੇ ਕਹਿੰਦੇ ਅਸੀਂ ਪਾਲਿਸੀ ਲੈ ਕੇ ਆ ਰਹੇ ਹਾਂ, ਦੇਖਦੇ ਹਾਂ ਕਿਵੇਂ ਲੈ ਕੇ ਆਉਂਦੇ ਆ। ਉਹ ਤੁਹਾਨੂੰ ਸਮਝਣਾ ਪਏਗਾ ਕਿ ਵੀ ਹਾਂ ਰੇਤੇ ਦੀ ਮਾਈਨਿੰਗ ਦਾ ਜਿਹੜਾ ਮਾਮਲਾ ਕਿੱਡਾ ਵੱਡਾ ਆ। ਮਤਲਬ ਜਿਹੜੀਆਂ 200 ਖੱਡਾਂ ਕਹਿੰਦੇ ਪਿਛਲੀ ਵਾਰੀ ਨਿਲਾਮ ਹੋਈਆਂ, ਉਹ 'ਚ 75 ਕੁ ਚੱਲਦੀਆਂ, ਬਾਕੀ ਕਿਉਂ ਨਹੀਂ ਚੱਲ ਰਹੀਆਂ, ਕਿੱਥੇ ਕੀ ਕੁਝ ਪਿਆ, ਜੰਗਲਾਤ ਮਹਿਕਮੇ ਦੇ ਵਿੱਚ ਕੀ ਹੋ ਰਿਹਾ। ਇਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਪਹਿਲਾਂ ਸਮਝਣਾ ਪਏਗਾ, ਫਿਰ ਐਕਸ਼ਨ 'ਚ ਆਉਣਾ ਪਏਗਾ। ਤੁਸੀਂ ਆਉਂਦੇ ਜ਼ਮੀਨਾਂ ਕਹਿੰਦੇ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਛਡਾਉਣੇ ਆ, ਤੇ ਤੁਸੀਂ ਕਹਿਤਾ ਸੀ ਅਸੀਂ ਤਾਂ ਇੱਕ ਮਹੀਨੇ ਦੇ ਵਿੱਚ ਤੁਸੀਂ ਟਾਰਗੇਟ ਮਿਥ ਲਿਆ ਵੀ 1 ਮਹੀਨੇ ਦੇ ਵਿੱਚ ਅਸੀਂ 5000 ਏਕੜ ਛੁਡਾ ਲੈਣੀ ਹੈ, ਜਾਂ ਕਹਿ ਲਓ ਵੀ ਅਸੀਂ 5 ਮਹੀਨਿਆਂ ਦੇ ਵਿੱਚ 50000 ਏਕੜ ਛੁਡਾ ਲੈਣੀ ਹੈ। ਹੁਣ ਉਹ ਕੰਪੇਨ ਬੰਦ ਹੋ ਗਈ ਨਾ, ਕਿੱਥੇ ਆ ਕੰਪੇਨ ਹੁਣ? ਉਹ ਮਤਲਬ ਤੁਸੀਂ ਉਹਨੂੰ ਪਹਿਲਾਂ ਸਮਝੋ ਨਾ। ਤੁਹਾਨੂੰ ਚੈਲੰਜ ਹੋਣ ਲੱਗ ਪਏ। ਜਿਹੜੀ ਸਭ ਤੋਂ ਪਹਿਲਾਂ ਜਿੱਤੇ ਐਕਸ਼ਨ ਕੀਤਾ ਉਹ ਕੈਪਟਨ ਵਿਕਰਮ ਤੇ, ਉਹ ਕਹਿੰਦਾ ਮੈਂ ਸੁਪਰੀਮ ਕੋਰਟ ਤੱਕ ਲੜੂੰਗਾ। ਤੁਸੀਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਚੁੱਕਾ ਉਹ ਬੰਦਾ, ਤਾਂ ਕਹਿੰਦਾ ਰਾਜਸੀ ਰੰਜਿਸ਼ ਕਰਕੇ ਮੇਰੇ ਨਾਲ ਕੀਤਾ ਗਿਆ। ਮੈਨੂੰ ਲੱਗਦਾ ਕਿ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਪਹਿਲਾਂ, ਉਸ ਤੋਂ ਬਾਅਦ ਐਕਸ਼ਨ 'ਚ ਆਉਣ ਦੀ ਜ਼ਰੂਰਤ ਹੈ। ਤੱਤੇ ਘਾਹ ਕੁਝ ਵੀ ਕੀਤਾ ਹੋਇਆ ਜਿਹੜਾ ਹੈ ਨਾ, ਉਹ ਲਾਜ਼ਮੀ ਤੌਰ 'ਤੇ ਤੁਹਾਨੂੰ ਕਈ ਵਾਰੀ ਤਕਲੀਫ ਵੀ ਦਿੰਦਾ ਹੈ। ਅਗਨੀਪਥ ਯੋਜਨਾ ਦੇ ਉੱਤੇ ਮਤਾ ਆਇਆ ਜੀ, ਪੰਜਾਬ ਦੀ ਵਿਧਾਨ ਸਭਾ 'ਚ ਅੱਜ ਪਾਸ ਹੋ ਗਿਆ ਜੀ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀਕਰਨ ਕਰਨ ਤੋਂ ਰੋਕਣ ਦੇ ਲਈ ਮਤਾ ਲਿਆਂਦਾ, ਪਾਸ ਹੋ ਗਿਆ ਜੀ। ਇਸੇ ਤਰ੍ਹਾਂ 1 ML 1 ਪੈਨਸ਼ਨ ਵਾਲਾ ਮਤਾ ਪਾਸ ਹੋ ਗਿਆ। ਪਰ ਜਿਹੜੇ 2 ਮਤੇ ਸੀਗੇ ਅਗਨੀਪਥ ਔਰ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ 'ਚ, ਉਹ 'ਚ BJP ਦੇ MLA ਤੋਂ ਫਿਰ ਭੱਜੇ, ਉਹ ਫਿਰ ਕੇਂਦਰ ਕੰਨੀ ਖੜਦੇ ਨੇ। ਪੰਜਾਬ ਦੀਆਂ ਵੋਟਾਂ ਲੱਗੀ, ਪੰਜਾਬ ਨਾਲ ਕਿਉਂ ਨਹੀਂ ਖੜਦੇ? ਦੇਖੋ ਇਹ ਤਾਂ BJP ਦੀ ਪੋਲੀਟਿਕਸ ਹੈ। BJP ਨੇ ਆਪਣੀ ਪੋਲੀਟਿਕਸ ਡਿਜ਼ਾਈਨ ਕਰ ਲਈ ਹੈ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਹੁਣ ਆਪਣੀ ਪੋਲੀਟਿਕਸ, ਜੇ ਅੱਜ BJP ਦੇ MLA ਆਪਣੀ ਕੇਂਦਰੀ ਲੀਡਰਸ਼ਿਪ ਦੇ ਖਿਲਾਫ ਜਾਣਗੇ ਤਾਂ BJP 'ਚ ਕਿੱਦਾਂ ਰਹਿਣਗੇ? ਲਾਜ਼ਮੀ ਹੈ ਨਾ। ਮਤਲਬ ਪੰਜਾਬ ਦੇ ਨਾਲ ਖੜਨ ਦਾ ਜਿਹੜਾ ਮਸਲਾ ਹੈ ਨਾ ਜੀ, ਦੇਖੋ BJP ਤੋਂ ਤੁਸੀਂ ਤਵੱਕੋ ਹੀ ਨਹੀਂ ਕਰ ਸਕਦੇ ਵੀ ਉਹ ਪੰਜਾਬ ਦੇ ਪੱਖ 'ਚ, ਉਹ ਕਿਸੇ ਦੀ ਉਮੀਦ ਕਰ ਰਹੇ ਅਸੀਂ ਪੰਜਾਬ 'ਚ ਸਰਕਾਰ ਬਣਾ ਲਾਂਗੇ। ਦੇਖੋ ਉਹ ਤਾਂ ਉਹਨਾਂ ਕੋਲ ਟੈਕਟਸ ਹੈ, ਬਿਨਾਂ ਸੱਤਾ 'ਚ ਹੁੰਦਿਆਂ ਸੱਤਾ 'ਚ ਆ ਜਾਣ ਦੀ ਜਿਹੜੀ ਸਕਿੱਲ ਹੈ, ਉਹ ਤਾਂ ਅਸੀਂ 8 ਸੂਬਿਆਂ 'ਚ ਦੇਖ ਲਈ। ਅੱਜ ਮਹਾਰਾਸ਼ਟਰ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਨੇ ਕੀ ਕਿਹਾ ਜਦੋਂ ਬਹਿਸ ਚੱਲ ਰਹੀ ਸੀ, ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਵਿਧਾਨ ਸਭਾ ਦੇ ਵਿੱਚ, ਜਦੋਂ ਇਹ ਸਾਰੀ ਗੱਲ ਚੱਲ ਰਹੀ ਸੀ, ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਭਗਵੰਤ ਮਾਨ ਹੋਰਾਂ ਨੂੰ ਮੁਖਾਤਬ ਹੋ ਕੇ ਵੀ ਭਾਈ ਜਿਹੜਾ ਕਾਂਗਰਸ ਦਾ ਸਮਾਨ ਹੈ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਸਿੰਘ ਮਾਨ ਰਲ ਕੇ ਵੇਚ ਗਏ,
ਕਾਂਗਰਸ ਦਾ ਸਮਾਨ ਜਿਹੜੇ ਐਮਐਲਏ ਵਗੈਰਾ ਗਏ ਉਧਰ ਨੂੰ। ਕੌਣ ਕੌਣ ਰਲ ਕੇ ਵੇਚ ਗਏ? ਸਰਦਾਰ ਭਗਵੰਤ ਸਿੰਘ ਮਾਨ ਤੇ ਕੈਪਟਨ ਅਮਰਿੰਦਰ ਸਿੰਘ, ਇਹ ਪ੍ਰਤਾਪ ਸਿੰਘ ਬਾਜਵੇ ਨੇ ਕਿਹਾ। ਅੱਛਾ, ਉਹਨੂੰ ਪੁੱਛਿਆ ਕਿੱਦਾਂ ਵੀ ਭਗਵੰਤ ਸਿੰਘ ਮਾਨ ਵੀ ਕਿੱਦਾਂ? ਉਹ ਮਤਲਬ ਮੁੱਖ ਮੰਤਰੀ ਨੂੰ ਕਿਹਾ ਉਹਨਾਂ ਨੇ? ਹਾਂ ਹਾਂ ਬਿਲਕੁਲ। ਅੱਛਾ, ਤੇ ਨਾਲ ਉਹਨਾਂ ਨੇ ਇਹ ਵੀ ਜੋੜ ਦਿੱਤਾ ਵੀ ਭਾਈ ਆ ਮਹਾਰਾਸ਼ਟਰ 'ਚ ਦੇਖ ਲਓ ਕੀ ਕੁਝ ਹੋ ਰਿਹਾ, ਤੇ ਹੁਣ ਆਪਣਾ ਸਮਾਨ ਬਚਾ ਕੇ ਰੱਖਿਓ, ਜਿਹੜਾ ਤੁਹਾਡੇ ਕੋਲ ਸਮਾਨ ਹੈ 21-22 ਤਾਂ ਸਾਡੇ ਸਮਾਨ ਆ, 21-22 ਜਿਹੜੇ ਬੈਠੇ ਕਹਿੰਦੇ ਇੱਥੇ ਉਹ ਤਾਂ ਸਾਡਾ ਹੀ ਸਮਾਨ ਸੀ ਜਿਹੜਾ ਤੁਸੀਂ ਲੈ ਗਏ। ਅੱਛਾ, ਹਨਾ, ਤੇ 21-22 ਜਿਹੜੇ ਉਹ ਆ, ਤੇ ਬਾਕੀ ਆਪਣੇ ਤੁਹਾਡੇ ਕੁੱਲ ਮਿਲਾ ਕੇ ਜਿਹੜੇ 92 ਆ। ਇਹ ਦੇਖ ਲਓ ਮਹਾਰਾਸ਼ਟਰ 'ਚ ਕੀ ਕੁਝ ਹੋ ਰਿਹਾ, ਉਹਨਾਂ ਨੇ ਇੱਧਰ ਨੂੰ ਵੀ ਆਉਣਾ ਆ, ਆਪਣਾ ਸਮਾਨ ਸਾਂਭ ਲਿਓ। ਸੋ ਮਤਲਬ ਸਾਰੇ ਜਾਣਦੇ ਆ ਵੀ ਬੀਜੇਪੀ ਦੇ ਕੋਲ ਸਕਿੱਲ ਹੈ, ਕਿਵੇਂ ਉਹ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਵੀ ਜਿਹੜਾ ਬਹੁਤ ਗਿਣਤੀ 'ਚ ਆ ਜਾਂਦੀ ਆ। ਅੱਜ ਉੱਥੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਜਾਣੀ ਅੱਜ ਭਲਕ ਦੇ ਵਿੱਚ। ਨਹੀਂ ਮਤਲਬ ਉਹਦਾ ਮਤਲਬ ਇਹੀ ਸੀਗਾ ਕਿ ਕਾਂਗਰਸੀ ਲੀਡਰਾਂ ਨੂੰ ਕੈਪਟਨ ਨੇ ਬੀਜੇਪੀ ਦੇ ਪਾਲੇ ਚ ਲਿਆਂਦਾ ਜੀ, ਤੇ ਭਗਵੰਤ ਮਾਨ ਨੇ ਤੇ ਕੇਜਰੀਵਾਲ ਹੋਰਾਂ ਨੇ ਇੱਧਰ ਨੂੰ ਆਪ ਦੇ ਚ ਲਿਆਂਦਾ। ਇਹ ਇਸੇ ਹਾਂ, ਤੇ ਹੁਣ ਉਹਨਾਂ ਨੇ ਮਤਲਬ ਕਿ ਉਹ ਕਹਿੰਦੇ ਵੀ ਹੁਣ ਉਹ ਮਹਾਰਾਸ਼ਟਰ ਵਾਲਾ ਸੀਨ ਇਹਨਾਂ ਤੇ ਮਹਾਰਾਸ਼ਟਰ ਵਾਲੀ ਜਿਹੜੀ ਕਹਿ ਲਓ ਵੀ ਉਹਨਾਂ ਨੇ ਇੱਕ ਵਿਧੀ ਅਪਣਾਈ ਆ, ਉਹ ਆਮ ਆਦਮੀ ਪਾਰਟੀ ਤੇ ਵੀ ਇੱਥੇ ਲਾਗੂ ਹੋ ਸਕਦੀ ਆ। ਬੀਜੇਪੀ ਇਹ ਵੀ ਕਰ ਸਕਦੀ ਹੈ। 64-65 ਐਮਐਲਏ ਉਹਨੇ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਪਰ ਮੈਂ ਵੀ ਇਹਨਾਂ ਸਹਿਮਤ ਮੈਂ ਥੋੜਾ ਜਿਹਾ ਹੋਰ ਸਮਝਦਾ ਸੁਸ਼ੀਲ ਭਾਜੀ ਕਿ ਇੱਧਰ ਪਤਾ ਨਹੀਂ 64 ਟੁੱਟਣ ਨਾ ਟੁੱਟਣ, ਉਧਰ ਕਾਂਗਰਸ ਵਾਲੇ ਪਹਿਲਾਂ ਵਿਕ ਸਕਦੇ। 18 ਨੇ 18 ਚੋਂ ਕਹਿੰਦੇ 11-12 ਦੀ ਲੋੜ ਆ, ਪਤਾ ਨਹੀਂ 10 ਜੀ ਉਧਰ ਚਲੇ ਗਏ, 11 ਚਲੇ ਗਏ ਤਾਂ ਉਹ ਕਹਾਣੀ 2/3 ਉਹ ਤਾਂ ਖਤਮ ਹੀ ਆ। ਫਿਰ ਨਹੀਂ 18 ਦੇ ਵਿੱਚੋਂ 10-11 ਚਲੇ ਗਏ, 12 ਚਾਹੀਦੇ ਨੇ। 12 ਚਾਹੀਦੇ, 12 ਵੀ ਉਧਰ ਚਲੇ ਗਏ ਤਾਂ ਦੇਖੋ ਸੌਦਾ ਵਿਰੋਧੀ ਧਿਰ ਤਾਂ ਬੀਜੇਪੀ ਬਣ ਗਈ। ਉਹਨਾਂ ਦੇ ਬੈਗ ਭਾਰੇ ਆ, ਉਹਨਾਂ ਕੋਲ ਸੌਦਾ ਪੱਤਾ ਹੈਗਾ। ਕਾਂਗਰਸ ਇਹ ਪਹਿਲਾਂ ਆਪਣਾ ਵੀ ਬਚਾ ਕੇ ਰੱਖਣਾ। ਆਮ ਆਦਮੀ ਪਾਰਟੀ ਦਾ ਦੇਖੋ ਮਸਲਾ ਇਹ ਹੈ ਵੀ ਹਾਲੇ ਤਾਂ ਨਹੀਂ ਪੰਜਾਬ ਦੇ ਵਿੱਚ ਜੇ ਸਿਚੁਏਸ਼ਨ ਜਿਹੜੀ ਨੈਕ ਟੂ ਨੈਕ ਹੁੰਦੀ ਨਾ, ਬਾਈ ਦੇ ਵੇ ਨੈਕ ਟੂ ਨੈਕ ਹੁੰਦੀ, ਫਿਰ ਕਿਸੇ ਤਰੀਕੇ ਦੀ ਖੇਡ ਹੋਰ ਖੇਡੀ ਜਾ ਸਕਦੀ। ਬੀਜੇਪੀ ਆਪ ਤਾਂ ਇਸ ਕਰਕੇ ਇਹ ਪੋਸੀਬਿਲਿਟੀ ਨਹੀਂ ਹੈ। ਪਰ ਲੋਕ ਸਭਾ ਚੋਣਾਂ ਤੇ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਜਾਂਦਿਆਂ ਤੱਕ ਤੁਸੀਂ ਦੇਖੋਗੇ ਭਾਰਤੀ ਜਨਤਾ ਪਾਰਟੀ ਦੀ ਇਹ ਸਕਿੱਲ ਪੰਜਾਬ ਦੇ ਵਿੱਚ ਵੀ ਕਿੱਦਾਂ ਉਹ ਲੈ ਕੇ ਆਉਂਦੇ ਆ। ਬੜਾ ਕੁਝ ਕਰਨਾ ਉਹਨਾਂ ਨੇ। ਕਾਂਗਰਸ ਦਾ ਲਗਭਗ ਉਹ ਲੈ ਗਏ। ਮੈਂ ਇਹ ਸਮਝਦਾ ਕਿ ਕਾਂਗਰਸ ਦੀ ਜ਼ਮੀਨ ਤੇ ਹੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਆਪਣਾ ਪਰਚਮ ਲਹਿਰਾਉਣ ਦੇ ਸੁਪਨੇ ਦੇਖ ਰਹੀ ਹੈ, ਕਾਂਗਰਸ ਦੀ ਜ਼ਮੀਨ ਦੇ ਉੱਤੇ। ਤੇ ਇਹ ਹੁਣ ਦੇਖਣਾ ਪਏਗਾ ਇਨ ਫਿਊਚਰ 'ਚ। ਅਕਾਲੀ ਦਲ ਦੂਜੀ ਗੱਲ ਹੈ, ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੂੰ ਵੀ ਬਹੁਤ ਵੱਡੇ ਪੱਧਰ ਤੇ ਖੁਰਾ ਲਾ ਰਹੀ ਹੈ। ਉਹਨਾਂ ਨੇ ਮੰਚ ਧਾਰ ਲਿਆ ਵੀ ਇਹਨਾਂ ਨੇ ਸਾਨੂੰ ਧੋਖਾ ਦਿੱਤਾ। ਖੇਤੀ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਸਭ ਤੋਂ ਸਾਊ ਇਹਨਾਂ ਦੀ ਜੋਟੀਦਾਰ ਹੁੰਦੇ ਸੀ ਇਹ, ਤੇ ਉੱਥੇ ਮਜਬੂਰੀ ਦੇ ਵਿੱਚ ਉਹਨਾਂ ਨੂੰ ਜਾਣਾ ਪਿਆ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ। ਤੇ ਹੁਣ ਹਾਲਤ ਇਹ ਬਣ ਗਈ ਆ, ਤੁਸੀਂ ਦੇਖ ਸਕਦੇ ਹੋ ਸੰਗਰੂਰ ਦੇ ਵਿੱਚ ਕਾਂਗਰਸ ਪਾਰਟੀ ਦਾ ਮੁਕਾਬਲਾ ਕਰ ਰਹੀ ਸੀ ਭਾਰਤੀ ਜਨਤਾ ਪਾਰਟੀ, ਲਗਭਗ 10,000 ਵੋਟਾਂ ਦਾ ਫਰਕ ਰਹਿ ਗਿਆ। ਤੇ ਇਹ ਸਾਰਾ ਕੁਝ ਉਹਨਾਂ ਨੇ ਸੋਚਿਆ ਹੋਇਆ, ਤੇ ਉਹਦੇ 'ਚ ਉਹਨਾਂ ਕੋਲ ਸਾਰਾ ਕੁਝ ਹੈ। ਮਨੀ ਪਾਵਰ ਵੀ ਹੈਗੀ ਹੈ। ਸਾਡੇ ਦੇਸ਼ ਦੀ ਰਾਜਨੀਤੀ ਦਾ ਜਿਹੜਾ ਸਿਰੇ ਦਾ ਨਿਗਾਰ ਜਿਹੜਾ ਅਸੀਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਮਹਾਰਾਸ਼ਟਰ 'ਚ, ਹੁਣ ਦੇਖਿਆ ਆਪਾਂ, ਇਹ ਪੰਜਾਬ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵਹੀਰਾਂ ਘੱਟ ਕੇ ਆ ਰਿਹਾ। ਬਿਲਕੁਲ। ਪ੍ਰਤਾਪ ਬਾਜਵਾ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਕਹਿਣ ਕਿ ਭਾਈ ਭਗਵੰਤ ਮਾਨ ਜੀ ਆਪਣਾ ਸਮਾਨ ਬਚਾ ਕੇ ਰੱਖਿਓ, ਪਰ ਸਵਾਲ ਇਹ ਹੈ ਕਿ ਪ੍ਰਤਾਪ ਬਾਜਵਾ ਜੀ ਤੁਸੀਂ ਵੀ ਆਪਣੇ ਐਮਐਲਏ ਨੂੰ ਬਚਾ ਕੇ ਰੱਖਿਓ। ਪਰ ਉਸ ਤੋਂ ਵੀ ਵੱਡਾ ਸਵਾਲ ਹੈ ਹਰੇਕ ਹਲਕੇ ਦੇ ਉਸ ਵੋਟਰ ਨੂੰ ਕਿ ਭਾਈ ਤੁਸੀਂ ਵੋਟ ਜਿਹੜੇ ਐਮਐਲਏ ਨੂੰ ਪਾਈ ਆ ਕਿ ਉਹ ਤੁਹਾਡੇ ਨੂੰ ਪੁੱਛ ਕੇ ਜਾਊਗਾ ਜਦੋਂ ਪਾਰਟੀ ਬਦਲੂਗਾ। ਇਸ ਲਈ ਐਮਐਲਏ ਵੀ ਆਪਣੇ ਅੰਦਰ ਝਾਤ ਮਾਰ, ਜਿਹੜੇ ਵਿਕਲੇ ਪਹਿਲਾਂ ਉਹ ਵੀ ਤੇ ਜਿਹੜੇ ਹੁਣ ਵਿਕਣ ਲਈ ਤਿਆਰ ਬੈਠੇ ਨੇ ਉਹ ਵੀ। ਕੀ ਪੰਜਾਬ 'ਚ ਵੀ ਅਜਿਹਾ ਦ੍ਰਿਸ਼ ਹੋ ਸਕਦਾ ਹੈ? ਫਿਕਰਮੰਦੀ ਵਾਲੀ ਗੱਲ ਹੈ, ਜੇਕਰ ਇਹਦੇ ਬਾਰੇ ਚਰਚਾ ਵੀ ਸ਼ੁਰੂ ਹੋ ਗਈ ਹੈ। ਸੋ ਇਹ ਵੀ ਚਿੰਤਾ ਵਾਲੀ ਗੱਲ ਹੈ। ਜੇ ਕੱਲ੍ਹ ਨੂੰ ਇਹ ਖੇਲ ਹੁੰਦਾ ਤਾਂ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੋਊਗੀ। ਪਰ ਸਾਰੇ ਪਹਿਲੂਆਂ 'ਤੇ ਅਸੀਂ ਨਜ਼ਰ ਰੱਖਾਂਗੇ। ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨੂੰ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।